गुरु जी की साजी नवाजी, गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। सतगुरु ने गुरबाणी गुरु विच जो आपां नूं उपदेश दिता है, साडे जिन्ने भी शंके, साडे जिन्ने भी वहम भरम, सतगुरु सानू ये सारे भरमां चों कढाउंदे। जिहड़े भरम ने ਉਹਨੇ माया ਦੇ ਵਿੱਚ त्रै गुणां ਦੇ ਵਿੱਚ, ਤਿੰਨਾਂ गुणां ਦੇ ਵਿੱਚ ਜਦੋਂ ਸਾਡਾ ਮਨ ਇਹਨਾਂ ਤਿੰਨਾਂ ਗੁਣਾਂ ਵਿੱਚ ਹੁੰਦਾ ਹੈ, ਇੱਥੇ ਭਰਮ ਹੀ ਭਰਮ, ਇੱਥੇ ਵਹਿਮ ਹੀ ਵਹਿਮ, ਇੱਥੇ ਸ਼ੰਕ ਹੀ ਸ਼ੰਕ। ਸਤਿਗੁਰੂ ਫਰਮਾਉਂਦੇ ਤ੍ਰੈ ਗੁਣ ਭਰਮ ਭੁਲਾਈ, ਕਿ ਤਿੰਨਾਂ ਗੁਣਾਂ ਦੇ ਵਿੱਚ ਭਰਮ ਹੀ ਭਰਮ ਹੈ। ਸਾਡਾ ਮਨ ਹੀ ਭਰਮ ਦੇ ਵਿੱਚ ਪੈ ਕੇ ਮਾਲਕ ਨੂੰ ਭੁੱਲਿਆ ਹੋਇਆ, ਇਹ ਭਰਮ ਦੇ ਵਿੱਚ ਪਿਆ ਹੋਇਆ ਦੁਖੀ ਹੋ ਰਿਹਾ, ਸ਼ਾਂਤ ਹੋ ਰਿਹਾ। ਹੁਣ ਆਪਾਂ ਨੂੰ ਫਿਰ ਦੱਸਦੇ ਵੀ ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਦੇ, ਜਦ ਤੱਕ ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਸਾਡੇ ਭਰਮ, ਸਾਡੇ ਵਹਿਮ, ਸਾਡੇ ਸ਼ੰਕੇ ਇਹ ਨਿਵਰਤ ਨਹੀਂ ਹੁੰਦੇ। ਇਸ ਲਈ ਸਾਨੂੰ ਕਹਿੰਦੇ ਵੀ ਜੇ ਤੁਸੀਂ ਆਪਦੇ ਸ਼ੰਕੇ ਨਿਵਰਤ ਕਰਨੇ, ਫਿਰ ਤੁਸੀਂ ਗੁਰੂ ਦੀ ਸ਼ਰਨ 'ਚ ਆਓ ਤੇ ਆਪਦੇ ਜਿਹੜੇ ਵਹਿਮ ਭਰਮ ਸ਼ੰਕੇ ਨੇ ਉਹ ਨਿਵਰਤ ਕਰੋ। ਮਹਾਰਾਜ ਕਹਿੰਦੇ ਅੰਤਰ ਕੀ ਗਤ ਜਾਣੀਏ ਗੁਰ ਮਿਲਿਆ ਸ਼ੰਕ ਉਤਾਰ। ਗੁਰੂ ਨੂੰ ਮਿਲ ਕੇ ਸ਼ੰਕਾ, ਜਿਹੜਾ ਤੁਹਾਡਾ ਜੋ ਵੀ ਸਾਡੇ ਮਨ 'ਚ ਕੋਈ ਸ਼ੰਕਾ ਹੈ ਉਹ ਅਸੀਂ ਨਿਵਰਤ ਕਰਨਾ ਹੁੰਦਾ, ਉਹ ਅਸੀਂ ਪੁੱਛਣਾ ਹੁੰਦਾ। ਐਸਾ ਕੋਈ ਵੀ ਸ਼ੰਕਾ ਸਾਡੇ ਮਨ ਦੇ ਵਿੱਚ ਜਿਹੜਾ ਉੱਠੇ, ਇਹ ਐਸਾ ਕੋਈ ਸ਼ੰਕਾ ਹੈ ਹੀ ਨਹੀਂ ਵੀ ਜਿਹੜਾ ਉੱਠੇ ਤੇ ਜਿਹਦਾ ਗੁਰਬਾਣੀ 'ਚ ਸਾਨੂੰ ਹੱਲ ਨਾ ਦੱਸਿਆ ਹੋਵੇ, ਜਿਹਦਾ ਸਾਨੂੰ ਤੋੜ ਨਾ ਦੱਸਿਆ ਹੋਵੇ ਬਈ ਇਹ ਸ਼ੰਕੇ ਦਾ ਆਹ ਹੱਲ ਹੈ। ਜੋ ਵੀ ਆਪਾਂ ਪੁੱਛਾਂਗੇ ਸਤਿਗੁਰੂ ਉਸੇ ਸਵਾਲ ਦਾ ਸਾਨੂੰ ਫਿਰ ਜਵਾਬ ਦਿੰਦੇ। ਔਰ ਉਹ ਜਵਾਬ ਪੁੱਛਣ ਵਾਸਤੇ ਸਾਨੂੰ ਸਾਡਾ ਜੋ ਗੁਰੂ ਹੈ ਉਹ ਚੌਥੇ ਪਦ ਵਿੱਚ ਬੈਠੇ। ਸਾਡਾ ਮਨ ਤ੍ਰੈ ਗੁਣਾਂ 'ਚ ਭਰਮ 'ਚ ਸੁੱਤਾ ਹੋਏ,
ਜਦ ਤੱਕ ਹੁਣ ਅਸੀਂ ਗੁਰੂ ਦੇ ਸਨਮੁਖ ਨਹੀਂ ਹੁੰਦੇ ਉਹਨਾਂ ਸਮਾਂ ਅਸੀਂ ਜੇ ਸਾਨੂੰ ਦੱਸਣਗੇ ਵੀ ਤੇ ਸਾਨੂੰ ਸਮਝ ਨਹੀਂ ਆਉਂਦੀ। ਜਿਵੇਂ ਹੁਣ ਆਪਾਂ ਕਿਸੇ ਤੋਂ ਕੁਝ ਪੁੱਛਣਾ ਹੋਵੇ, ਕਿਸੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਆਪਾਂ ਉਹਦੇ ਸਨਮੁਖ ਹੁੰਦੇ ਹਾਂ, ਉਹਦੇ ਸਾਹਮਣੇ ਆਉਂਦੇ ਹਾਂ, ਸਾਹਮਣੇ ਹੋ ਕੇ ਗੱਲਬਾਤ ਕਰਕੇ ਤੇ ਆਪਾਂ ਫਿਰ ਵਿਚਾਰ ਕਰਦੇ ਹਾਂ, ਪੁੱਛਦੇ ਹਾਂ ਜਾਂ ਕੁਛ ਦੱਸਦੇ ਹਾਂ। ਹੁਣ ਇਸੇ ਤਰ੍ਹਾਂ ਹੀ ਜਦੋਂ ਫਿਰ ਅਸੀਂ ਸਤਿਗੁਰਾਂ ਤੋਂ ਕੁਝ ਪੁੱਛਣਾ ਤੇ ਸਾਨੂੰ ਉਹਨਾਂ ਦੇ ਸਨਮੁਖ ਹੋਣਾ ਪਏਗਾ। ਜੇ ਅਸੀਂ ਸਨਮੁਖ ਨਹੀਂ ਹੁੰਦੇ ਤੇ ਫਿਰ ਸਾਨੂੰ ਪਤਾ ਨਹੀਂ ਲੱਗਦਾ, ਸਾਨੂੰ ਸਮਝ ਨਹੀਂ ਆਉਂਦੀ। ਹੁਣ ਫਿਰ ਜਾਂ ਸਾਨੂੰ ਵਿੱਚ ਕੋਈ ਵਿਚੋਲਾ ਪਾਉਣਾ ਪੈਂਦਾ ਵੀ ਜਿਹੜੇ ਗੁਰਮੁਖ ਆਪ ਸਨਮੁਖ ਨੇ, ਜਿਹੜੇ ਆਪ ਚੌਥੇ ਪਦ ਵਿੱਚ ਗਏ ਨੇ, ਉਹ ਗੁਰੂ ਦੀ ਵੀ ਭਾਸ਼ਾ ਸਮਝਦੇ, ਉਹਨਾਂ ਨੂੰ ਉਧਰ ਚੌਥੇ ਪਦ ਦਾ ਵੀ ਗਿਆਨ ਨੇ, ਤੇ ਉਹ ਸਾਡੀ ਸੰਸਾਰ ਦੇ ਜੀਵਨ ਦੀ ਵੀ ਅਵਸਥਾ ਸਮਝਦੇ, ਉਹ ਸਾਡੀ ਵੀ ਭਾਸ਼ਾ ਜਾਣਦੇ, ਉਹਨਾਂ ਨੂੰ ਸਾਡੀ ਵੀ ਹਾਲਤ ਦਾ, ਸਾਡੇ ਵੀ ਵਹਿਮਾਂ ਭਰਮਾਂ ਦਾ ਪਤਾ ਹੈ। ਜਦੋਂ ਫਿਰ ਉਹ ਵਿੱਚ ਹੁੰਦੇ, ਅਸੀਂ ਉਹਨਾਂ ਤੋਂ ਪੁੱਛਦੇ ਹਾਂ ਤੇ ਉਹ ਸਾਨੂੰ ਸਤਿਗੁਰ ਤੋਂ ਅੱਗੇ ਪੁੱਛ ਕੇ ਫਿਰ ਸਾਨੂੰ ਦੱਸਦੇ। ਜਿਵੇਂ ਆਪਾਂ ਕਿਸੇ ਹੋਰ ਦੇਸ਼, ਹੋਰ ਮੁਲਕ 'ਚ ਚਲੇ ਜਾਈਏ, ਉੱਥੇ ਦੀ ਭਾਸ਼ਾ ਆਪਾਂ ਨੂੰ ਆਉਂਦੀ ਨਹੀਂ, ਤੇ ਜਿਹੜੇ ਉੱਥੇ ਦੇ ਜੀਵ ਉਹ ਆਪਣੀ ਭਾਸ਼ਾ ਨਹੀਂ ਜਾਣਦੇ। ਇਹ ਆਪਾਂ ਨੂੰ ਵਿੱਚ ਇੱਕ ਇਹੋ ਜਿਹਾ ਬੰਦਾ ਪਾਉਣਾ ਪੈਂਦਾ ਵੀ ਜਿਹਨੂੰ ਦੋ ਭਾਸ਼ੀ ਵੀ ਕਹਿੰਦੇ, ਵੀ ਜਿਹੜਾ ਆਪਣੀ ਵੀ ਭਾਸ਼ਾ ਜਾਣਦਾ ਹੋਵੇ ਤੇ ਉਹਨਾਂ ਦੀ ਵੀ ਭਾਸ਼ਾ ਜਾਣਦਾ ਹੋਵੇ, ਆਪਣੀ ਗੱਲ ਸੁਣ ਕੇ ਉਹਨਾਂ ਨੂੰ ਦੱਸੇ ਤੇ ਉਹਨਾਂ ਦੀ ਗੱਲ ਸੁਣ ਕੇ ਆਪਾਂ ਨੂੰ ਆਪਣੀ ਭਾਸ਼ਾ 'ਚ ਦੱਸੇ ਵੀ ਆਹ ਉਹ ਕਹਿੰਦੇ ਨੇ, ਤੇ ਆਪਾਂ ਜੋ ਕਹਿੰਦੇ ਹਾਂ ਉਹਨਾਂ ਨੂੰ ਦੱਸੇ ਵੀ ਆਹ ਕਹਿੰਦੇ ਨੇ। ਸੋ ਇਸੇ ਤਰ੍ਹਾਂ ਹੀ ਫਿਰ ਜਿਹੜੇ ਗੁਰਮੁਖ ਸੰਤ, ਸਾਧੂ, ਭਗਤ, ਬ੍ਰਹਮ ਗਿਆਨੀ, ਗੁਰਸਿੱਖ, ਇਹ ਦੋ ਭਾਸ਼ੀ ਹੀ ਹੁੰਦੇ। ਇਹ ਸਾਡੀ ਵੀ ਭਾਸ਼ਾ ਸਮਝਦੇ, ਤ੍ਰੈ ਗੁਣਾਂ ਦੀ ਮਾਇਆ ਦੀ ਜੋ ਅਸੀਂ ਬੋਲਦੇ, ਤੇ ਉਹ ਚੌਥੇ ਪਦ ਦੀ ਵੀ ਸਮਝਦੇ, ਆਪਦੇ ਦੇਸ਼ ਦੀ, ਮਾਲਕ ਦੀ ਵੀ ਸਮਝਦੇ। ਇਸ ਵਾਸਤੇ ਸਾਨੂੰ ਸਿੱਧਾ ਸਮਝ ਨਹੀਂ ਆਉਂਦੀ, ਕਿਉਂਕਿ ਸਾਨੂੰ ਪਤਾ ਨਹੀਂ, ਅਸੀਂ ਅਣਜਾਣ। ਉਹ ਫਿਰ ਆਪਾਂ ਨੂੰ ਪੁੱਛ ਕੇ ਦੱਸਦੇ। ਜੇ ਅਸੀਂ ਨਹੀਂ ਵੀ ਪੁੱਛਦੇ, ਉਹ ਸਾਨੂੰ ਤਾਂ ਵੀ ਦੱਸਦੇ ਵੀ ਇਹਨਾਂ ਨੂੰ ਵਹਿਮ ਭਰਮ ਨੇ ਜਿਹੜੇ ਇਹਨਾਂ ਦੇ ਨਿਕਲ ਜਾਣ। ਇਹ ਵਹਿਮਾਂ ਭਰਮਾਂ 'ਚ ਪੈ ਕੇ, ਸ਼ੰਕਿਆਂ 'ਚ ਪੈ ਕੇ ਆਪਦਾ ਜੀਵਨ ਵਿਅਰਥ ਨਾ ਖਰਾਬ ਕਰ। ਉਹਨਾਂ ਦੀ ਡਿਊਟੀ ਇਹ ਮਾਲਕ ਨੇ ਲਾਈ ਹੁੰਦੀ ਬਈ ਜਿਹੜਾ ਵੀ ਜੀਵ ਦਾ ਕੋਈ ਸ਼ੰਕਾ, ਉਹ ਤੁਸੀਂ ਸ਼ੰਕਾ ਨਿਵਰਤ ਕਰੋ। ਜੇ ਕੋਈ ਤੁਹਾਨੂੰ ਪੁੱਛਦਾ ਹੈ, ਉਹਨੂੰ ਸਹੀ ਮਾਰਗ ਦੱਸੋ, ਉਹਨੂੰ ਸਹੀ ਰਸਤਾ ਦਿਖਾਓ। ਇਸ ਵਾਸਤੇ ਫਿਰ ਆਪਾਂ ਨੂੰ ਦੱਸਦੇ ਵੀ ਸੰਤਾਂ ਨੇ ਕੀ ਕਰਨਾ ਹੁੰਦਾ, ਉਹਨਾਂ ਦਾ ਕੀ ਕਰਮ, ਉਹ ਆਪ ਵੀ ਸਿਮਰਨ ਕਰਦੇ ਤੇ ਸਾਨੂੰ ਵੀ ਕਰਾਉਂਦੇ। ਤੇ ਜੋ ਸ਼ੰਕੇ ਸਾਡੇ, ਉਹ ਸ਼ੰਕੇ ਨਿਵਰਤ ਕਰਦੇ, ਸਾਨੂੰ ਪਰਮਾਤਮਾ ਨੂੰ ਮਿਲਾਪ ਦਾ ਰਸਤਾ ਦੱਸਦੇ। ਮਾਰੇ ਫਰਮਾਉਂਦੇ, ਸਾਜਨ ਸੰਤ ਕਰੋ ਇਹ ਕਾਮ, ਆਨ ਤੇ ਆਗ ਜਪੋ ਹਰ ਨਾਮ, ਸਿਮਰ 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 ਸੁਖ ਪਾਵੋ, ਆਪ ਜਪੋ ਆਪਣਾ ਨਾਮ ਜਪਾਵੋ। ਉਹਨਾਂ ਨੇ ਆਪ ਵੀ ਸੁੱਖ ਲੈਣਾ ਤੇ ਆਪਾਂ ਨੂੰ ਵੀ, ਹੋਰਾਂ ਨੂੰ ਵੀ ਸਿਮਰਨ ਕਰਾਉਣਾ, ਉਹਨਾਂ ਨੂੰ ਵੀ ਇਸ ਮਾਰਗ ਦਾ ਭੇਦ ਦੇਣਾ। ਤੇ ਉਹਨਾਂ ਨੇ ਸਾਨੂੰ ਦੱਸਣਾ ਵੀ ਇਹ ਤ੍ਰੈ ਗੁਣਾਂ ਦੇ ਵਿੱਚ, ਭਰਮ ਦੇ ਵਿੱਚ ਜੀਵ ਆਪਦਾ ਜੀਵਨ ਜਿਹੜਾ ਵਿਅਰਥ ਖਰਾਬ ਕਰ ਲੈਂਦਾ। ਇੱਧਰ ਵਿਚਾਰਾਂ ਦੇ ਵਿੱਚ, ਤਿੰਨਾਂ ਗੁਣਾਂ ਦੇ ਵਿੱਚ, ਇਹਨੂੰ ਭਵ ਸਾਗਰ ਕਹਿੰਦੇ, ਇਹਨੂੰ ਭਵ ਜਲ ਕਹਿੰਦੇ। ਹੁਣ ਇਸ ਨੂੰ ਘੁੰਮਣ ਘੇਰੀ ਦਾ ਵੀ ਨਾਮ ਦਿੱਤਾ, ਇਹਨੂੰ ਭਰਮ ਦੀ ਹੋਈ ਵੀ ਕਹਿ ਦਿੱਤਾ, ਜਿੱਥੇ ਸਾਡਾ ਮਨ ਡਿੱਗੇ।
ਹੁਣ ਇਹ ਜਿਹੜੀ ਭਰਮ ਦੀ ਖੂਹੀ ਹੈ, ਇਹਦੇ ਵਿੱਚੋਂ ਅਸੀਂ ਆਪਦੇ ਆਪ ਬਾਹਰ ਨਿਕਲ ਨਹੀਂ ਸਕਦੇ, ਕਿਉਂਕਿ ਭਰਮ ਹੈ। ਸੋ ਇਹਦੇ ਵਿੱਚੋਂ ਫਿਰ ਬਾਹਰ ਨਿਕਲਣ ਲਈ ਸਾਨੂੰ ਗੁਰੂ ਦੀ ਮੱਤ, ਸਾਨੂੰ ਗਿਆਨ ਲੈਣਾ ਪੈਂਦਾ। ਇਹ ਅਸੀਂ ਗੁਰੂ ਦੀ ਮੱਤ ਲੈ ਕੇ, ਇਹ ਗਿਆਨ ਲੈ ਕੇ, ਇਹ ਅਸੀਂ ਇਸ ਗੁਰੂ ਨੂੰ ਪੌੜੀ ਬਣਾ ਕੇ ਇਥੋਂ ਬਾਹਰ ਨਿਕਲ ਸਕਦੇ। ਗਿਆਨ ਦੀ ਅਸੀਂ ਪੌੜੀ ਲਾ ਕੇ ਇਥੋਂ ਬਾਹਰ ਨਿਕਲ ਸਕਦੇ। ਜੇ ਸਾਡੇ ਪਾਸ ਗਿਆਨ ਨਹੀਂ ਤੇ ਪੌੜੀ ਨਹੀਂ ਤੇ ਅਸੀਂ ਬਾਹਰ ਨਿਕਲਾਂਗੇ, ਆ ਹੀ ਨਹੀਂ ਸਕਦੇ। ਉਸ ਭਰਮ ਦੇ ਵਿੱਚ ਹੀ ਘੁੰਮੀ ਜਾਵਾਂਗੇ ਤੇ ਘੁੰਮਦੇ ਘੁੰਮਦੇ ਸਾਨੂੰ ਚੌਥਾ ਯੁੱਗ, ਜਿਉਂ ਅਸੀਂ ਸਤਿਯੁਗ ਤੋਂ ਚੱਲੇ, ਭਰਮ ਦੇ ਵਿੱਚ ਅਸੀਂ ਘੁੰਮਦੇ ਹੀ ਆ ਰਹੇ ਹਾਂ। ਇੱਧਰ ਖੂਹੀ ਦੇ ਵਿੱਚ ਐਸਾ ਡਿੱਗੇ, ਵਿੱਚ ਹੀ ਗੋਤੇ ਖਾਈ ਜਾਂਦੇ। ਗਰਭ ਦੇ ਵਿੱਚ, ਇਹਨੂੰ ਮਾਇਆ ਦਾ ਗਰਭ ਵੀ ਕਹਿੰਦੇ। ਮਾਇਆ ਦੇ ਗਰਭ ਦੇ ਵਿੱਚ ਹੀ ਜੀਵ ਜੰਮਦਾ, ਵਿੱਚ ਹੀ ਮਰ ਜਾਂਦਾ, ਉਹਦਾ ਜਨਮ ਹੁੰਦਾ ਹੀ ਨਹੀਂ, ਇੱਥੋਂ ਬਾਹਰ ਨਿਕਲਦਾ ਹੀ ਨਹੀਂ। ਫਿਰ ਜਦੋਂ ਆਪਾਂ ਸਤਸੰਗਤ ਕਰਦੇ ਹਾਂ, ਗੁਰੂ ਦੀ ਸ਼ਰਨ 'ਚ ਆਉਂਦੇ ਹਾਂ, ਫਿਰ ਇੱਥੋਂ ਸਾਡਾ ਮਾਇਆ ਦੇ ਗਰਭ ਦੇ ਵਿੱਚੋਂ ਕੱਢ ਕੇ ਸਾਡੇ ਮਨ ਦਾ ਜਨਮ ਜਿਹੜਾ ਉਹ ਸ਼ੈਪੂਰੀ 10ਵੇਂ ਦਵਾਰ ਦੇ ਵਿੱਚ ਕਰਾਇਆ ਜਾਂਦਾ ਹੈ, ਜਿਸ ਨੂੰ ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਸ਼ਿਵ ਘਰ ਜੰਮੇ, ਵਿੱਚੋਂ ਸ਼ਕਤ ਗਵਾਈ। ਸ਼ਕਤ ਗਈ ਭਰਮ ਕੱਟਿਆ, ਸ਼ਿਵ ਜੋਤ ਜਗਾਈ। ਵੀ ਗੁਰੂ ਦੀ ਕਿਰਪਾ ਦੁਆਰਾ ਸਾਡਾ ਜਨਮ ਮਾਇਆ ਦੇ ਗਰਭ 'ਚੋਂ ਨਿਕਲ ਕੇ ਸ਼ਿਵ ਘਰ, ਸ਼ਿਵ ਕਹਿੰਦੇ ਪਰਮਾਤਮਾ ਨੂੰ, ਜਦੋਂ ਸਾਡਾ ਜਨਮ ਉੱਥੇ ਹੋ ਜਾਂਦਾ, ਅਸੀਂ ਸ਼ੈਪੂਰੀ ਵਿੱਚ ਵਸਣਾ ਸ਼ੁਰੂ ਕਰ ਦਿੰਦੇ। ਫਿਰ ਸਾਨੂੰ ਇਸ ਲੋਕ ਤੇ ਪਰਲੋਕ ਦੀ ਦੋਵਾਂ ਦੀ ਸੋਝੀ ਹੋ ਜਾਂਦੀ। ਮਹਾਰਾਜ ਕਹਿੰਦੇ ਸੇਵਕੀ ਬੁਰੀ ਵਸੇ ਵਧ ਸਾਰ, ਤੈ ਤੂੰ ਮਿਲ ਕੇ ਕਰੋ ਵਿਚਾਰੀ, ਤੂਤ ਕੀ ਸੋਝੀ ਪਰੇ। ਵੀ ਜਦੋਂ ਸਾਡਾ ਜਨਮ ਉੱਥੇ ਹੋ ਗਿਆ, ਉਹਨੂੰ ਆਨੰਦਾਂ ਦੀ ਪੁਰੀ ਵੀ ਆਖੀ, ਆਨੰਦਪੁਰੀ। ਵੀ ਜਿਸੇ ਆਨੰਦ ਹੀ ਆਨੰਦ, ਜਿੱਥੇ ਸੌਖੀ ਸੁੱਖ। ਇਸੇ ਕਰਕੇ ਆਪਾਂ ਕਹਿੰਦੇ ਵੀ ਗੁਰੂ ਵਾਲੇ ਬਣੋ, ਗੁਰੂ ਦੀ ਸ਼ਰਨ 'ਚ ਜਾਓ, ਸਿੰਘ ਸਜੋ, ਗੁਰੂ ਵਾਲੇ ਬਣੋ। ਹੁਣ ਗੁਰੂ ਵਾਲੇ ਜਦੋਂ ਅਸੀਂ ਬਣਦੇ ਹਾਂ, ਉਦੋਂ ਸਾਡਾ ਗੁਰੂ ਨੇ ਜਨਮ ਕਰਾਉਣਾ, ਤੇ ਉਹ ਜਨਮ ਕਰਾਉਣਾ ਸਾਡਾ ਉਹ 10ਵੇਂ ਦਵਾਰ ਨਿਜ ਮਹਿਲ ਦੇ ਵਿੱਚ। ਇਸੇ ਕਰਕੇ ਫਿਰ ਆਪਾਂ ਕਹਿੰਦੇ ਹਾਂ ਵੀ ਜਦੋਂ ਜੀਵ ਗੁਰੂ ਵਾਲਾ ਬਣਦਾ, ਉਹਦਾ ਵੀ ਨਵਾਂ ਜਨਮ ਹੋ ਗਿਆ। ਪਹਿਲਾਂ ਜਨਮ ਉਹਦਾ ਜਿਹੜਾ ਸੀ, ਪਹਿਲਾਂ ਜੀਵਨ ਕੋਈ ਹੋਰ ਸੀ, ਬਾਅਦ 'ਚ ਉਹਦਾ ਜੀਵਨ ਹੋਰ ਹੋ ਜਾਂਦਾ। ਪਰ ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਜਾਣਾ, ਉਹ ਗੁਰੂ ਕਿੱਦਾਂ ਦਾ ਹੋਣਾ ਚਾਹੀਦਾ, ਉਹ ਗੁਰੂ ਦੀ ਵੀ ਸਾਨੂੰ ਪਹਿਚਾਣ ਹੋਣੀ ਜ਼ਰੂਰੀ ਹੈ। ਇਹ ਨਾ ਹੋਵੇ ਵੀ ਅਸੀਂ ਗੁਰੂ ਵਾਲੇ ਵੀ ਬਣੀਏ ਤੇ ਗੁਰੂ ਅਧੂਰਾ ਹੋਵੇ। ਗੁਰੂ ਸਾਡਾ ਜਨਮ ਉਹ ਸ਼ੈਪੂਰੀ 'ਚ ਕਰਾਵੇ। ਸੋ ਇਸ ਵਾਸਤੇ ਫਿਰ ਸਾਨੂੰ ਗੁਰੂ ਦੀ ਪਹਿਚਾਣ ਦੱਸੀ ਵੀ ਗੁਰੂ ਕਿਹੜਾ ਕਰਨਾ, ਤੁਸੀਂ ਗੁਰੂ ਕਿੱਦਾਂ ਦਾ ਹੋਣਾ ਚਾਹੀਦਾ, ਉਹਦੀ ਅਸਲ ਨਿਸ਼ਾਨੀ ਕੀ ਹੈ। ਸਤਿਗੁਰੂ ਕਹਿੰਦੇ ਸੋ ਗੁਰ ਕਰੋ ਜੋ ਸਾਚ ਦ੍ਰਿੜਾਵੇ, ਅਕਥ ਕਥਾਵੇ ਸ਼ਬਦ ਮਿਲਾਵੇ। ਵੀ ਤੁਸੀਂ ਉਹ ਗੁਰੂ ਕਰਨਾ ਜਿਹੜਾ ਤੁਹਾਡੇ ਮਨ ਦੀ ਜੋਤ ਪ੍ਰਗਟ ਕਰਦਾ, ਜਿਹੜਾ ਤੁਹਾਡੀ ਟੁੱਟੀ ਹੋਈ ਨਾਮ ਦੇ ਨਾਲ ਗੰਢ ਦੇਵੇ। ਤੁਹਾਡੇ ਮਨ ਦਾ ਜਨਮ ਉਹ ਸ਼ੈਪੂਰੀ 10ਵੇਂ ਦਵਾਰ ਨਿਜ ਮਹਿਲ 'ਚ ਕਰਾ ਦੇਵੇ, ਜਿਹੜਾ ਤੁਹਾਨੂੰ ਆਤਮਾ ਦੇ ਦਰਸ਼ਨ ਕਰਾ ਦੇਵੇ, ਪਰਮਾਤਮਾ ਵਾਹਿਗੁਰੂ ਦੇ ਸਨਮੁਖ ਕਰ ਦੇਵੇ। ਉਹ ਗੁਰੂ ਕਰੀਏ ਬਈ, ਐਸਾ ਗੁਰੂ ਜਿਹੜਾ ਕਰਕੇ ਫਿਰ ਸਾਨੂੰ ਦੁਬਾਰਾ ਕਰਨ ਦੀ ਲੋੜ ਨਹੀਂ ਪੈਂਦੀ। ਮਹਾਰਾਜ ਕਹਿੰਦੇ ਸੋ ਗੁਰ ਕਰੋ ਜੋ ਬਾਹਰ ਨਾ ਕਰਨਾ, ਵੀ ਬਾਹਰ ਦੁਬਾਰਾ ਕਰਨ ਦੀ ਲੋੜ ਨਾ ਪਵੇ। ਇਹ ਨਾ ਹੋਵੇ ਵੀ ਅਸੀਂ ਗੁਰੂ ਵਾਲੇ ਵੀ ਬਣ ਜਾਈਏ ਤੇ ਮੁੜ ਕੇ ਸਾਡੇ ਵਹਿਮ ਭਰਮ ਖਤਮ ਨਾ ਹੋਣ। ਅਸੀਂ ਗੁਰੂ ਵਾਲੇ ਬਣ ਕੇ ਵੀ ਅਸੀਂ ਹੋਰੇ ਪਾਸੇ ਤੁਰੇ ਫਿਰੀਏ।
ਗੁਰੂ ਵਾਲੇ ਵੀ ਬਣੇ ਹੋਈਏ, ਉੱਤੋਂ ਦੀ ਪਹਿਰਾਵਾ ਵੀ ਕੀਤਾ ਹੋਵੇ, ਤੇ ਮੁੜ ਕੇ ਫੇਰ ਮੜੀਆਂ ਮਸਾਣਾਂ ਤੇ ਤੁਰੇ ਫਿਰੀ, ਮੁੜ ਕੇ ਫੇਰ ਹੋਰ ਥਾਵਾਂ ਤੇ ਤੁਰੇ ਫਿਰੀਏ, ਕਿਸੇ ਅੱਗੇ ਅੱਗੇ ਜਾ ਜਾ ਕੇ ਹੱਥ ਅੱਡੀਏ। ਵੀ ਜਿਹੜਾ ਗੁਰੂ ਵਾਲਾ ਬਣ ਗਿਆ, ਜਿਹਨੇ ਮਾਲਕ ਦੇ ਅੱਗੇ ਪਰਮਾਤਮਾ ਦੇ ਸਨਮੁਖ ਹੋ ਗਿਆ, ਉਹਨੂੰ ਹੋਰ ਥਾਂ ਤੋਂ ਮੰਗਣ ਦੀ ਲੋੜ ਹੀ ਨਹੀਂ ਪੈਂਦੀ। ਜਿਹੜਾ ਦੋ ਜਹਾਨਾਂ ਦਾ ਵਾਲੀ ਮਾਲਕ, ਸਾਰੀ ਸ੍ਰਿਸ਼ਟੀ ਦਾ ਮਾਲਕ, ਸਾਰੀ ਦੁਨੀਆ ਨੂੰ ਚਲਾ ਰਿਹਾ, ਜਦੋਂ ਗੁਰੂ ਨੇ ਸਾਨੂੰ ਉਹਦੇ ਸਨਮੁਖ ਹੀ ਕਰ ਦਿੱਤਾ, ਅਸੀਂ ਉਹਦੇ ਸਨਮੁਖ ਹੋ ਗਏ, ਤੇ ਫਿਰ ਹੋਰ ਕੀ ਰਹਿ ਗਿਆ ਵਿੱਚ? ਇਹਦਾ ਜੋ ਸਾਡੀ ਲੋੜ ਹੈ, ਅਸੀਂ ਸਿੱਧਾ ਮਾਲਕ ਤੋਂ ਮੰਗਾਂਗੇ ਕਿ ਅਸੀਂ ਹੋਰਾਂ ਤੋਂ ਮੰਗਦੇ ਫਿਰਾਂਗੇ? ਇਸ ਕਰਕੇ ਫਿਰ ਜੇ ਗੁਰੂ ਅਧੂਰਾ ਹੈ ਤੇ ਸਾਡਾ ਇਹ ਜਿਹੜਾ ਭਰਮ ਹੈ, ਭਰਮ ਖਤਮ ਨਹੀਂ ਹੁੰਦਾ। ਗੁਰੂ ਵਾਲੇ ਬਣ ਕੇ ਵੀ ਥਾਂ ਥਾਂ ਤੇ ਮੱਥੇ ਟੇਕਦੇ ਫਿਰਾਂ, ਗੁਰੂ ਵਾਲੇ ਬਣ ਕੇ ਵੀ ਤੇ ਫਿਰ ਮਨ ਦੇ ਵਿੱਚ ਉਹੀ ਵਹਿਮ ਭਰਮ ਲੈ ਕੇ ਤੁਰੇ ਫਿਰਾਂ, ਸ਼ੰਕੇ ਨਿਵਰਤੀ ਨਹੀਂ ਹੁੰਦੀ। ਇਸ ਲਈ ਗੁਰਬਾਣੀ ਗੁਰੂ ਵਿੱਚ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਸਖਤ ਵਚਨ ਆਖੇ ਐਸੇ ਜੀਵਨ ਨੂੰ, ਬਈ ਤਾਂ ਕਿ ਜਣਾ ਖਾਣਾ ਉੱਠ ਕੇ ਐਵੇਂ ਗੁਰੂ ਦੀ ਪਦਵੀ ਤੇ ਨਾ ਲੱਗ ਜਾਓ, ਵੀ ਉਹੀ ਉਹ ਕਹਿ ਦੇਵੇ ਵੀ ਮੈਂ ਗੁਰੂ ਹਾਂ ਜੀ। ਸਤਿਗੁਰੂ ਕਹਿੰਦੇ ਵੀ ਜਿਹੜੇ ਗੁਰੂ ਤੋਂ ਤੁਹਾਡਾ ਭਰਮ ਨਹੀਂ ਗਿਆ, ਸ਼ੰਕਾ ਨਹੀਂ ਖਤਮ ਹੋਇਆ, ਐਸੇ ਗੁਰੂ ਦੀ ਮਾਨ ਦਾ ਸਿਰ ਮੰਨਦੇ। ਬੜੀ ਵੱਡੀ ਮਹਾਰਾਜ ਨੇ ਲਾਹਨਤ ਪਾਈ। ਸਤਿਗੁਰੂ ਕਹਿੰਦੇ ਕਬੀਰ ਮਾਏ ਮੁੰਡੋ ਤੇ ਗੁਰੂ ਕੀ, ਜਿਆਦੇ ਭਰਮ ਨਾ ਜਾਏ, ਉਹ ਆਪ ਡੁੱਬੇ ਚੋ ਵੇਦ ਮੇ ਚੇਲੇ ਦੀਏ ਬਹਾਏ। ਸਤਿਗੁਰੂ ਕਹਿੰਦੇ ਵੀ ਐਸੇ ਗੁਰੂ ਦੀ ਮਾਂ ਦਾ ਸਿਰ ਮੰਨਦੇ ਹੋ, ਜਿਹੜਾ ਗੁਰੂ ਅਧੂਰਾ ਹੈ, ਜਿਹਤੋਂ ਤੁਹਾਡਾ ਭਰਮ ਨਹੀਂ ਗਿਆ, ਜਿਹਤੋਂ ਤੁਹਾਡਾ ਸ਼ੰਕਾ ਹੀ ਨਹੀਂ ਖਤਮ ਹੋਈ। ਤੇ ਐਸਾ ਜਿਹੜਾ ਗੁਰੂ, ਉਹਨੂੰ ਅੰਨਾ ਗੁਰੂ ਕਹਿੰਦੇ, ਵੀ ਉਹ ਅੰਨਾ ਗੁਰੂ ਨਾ ਤਾਂ ਉਹਨੂੰ ਆਪ ਪਰਮਾਤਮਾ ਦਿਸਦਾ ਵਾਹਿਗੁਰੂ, ਨਾ ਉਹਨੂੰ ਆਪ ਨਾਮ ਸੁਣਦਾ, ਨਾ ਉਹਦਾ ਆਪਦਾ ਮਾਇਆ ਦੇ ਘਰ ਦੇ ਵਿੱਚੋਂ ਬਾਹਰ ਨਿਕਲ ਕੇ ਜਨਮ ਹੋਇਆ ਸ਼ਿਵ ਘਰ ਆਨੰਦਪੁਰੀ ਵਿੱਚ। ਉਹ ਆਪ ਅੰਨਾ ਗੁਰੂ, ਉਹ ਆਪ ਜਿੱਥੇ ਫਿਰ ਜਾਏਗਾ ਉਹ ਵੈਸਟਾ ਗੰਦਗੀ ਦਾ ਕੀੜਾ ਬਣੇਗਾ, ਤੇ ਜਿਹੜੇ ਉਹਦੇ ਸਹਾਰੇ ਰਹਿਣਗੇ ਉਹ ਵੀ ਉੱਥੇ ਹੀ ਚਲੇ ਜਾਣ। ਮਹਾਰਾਜ ਕਹਿੰਦੇ ਅੰਧੇ ਗੁਰੂ ਤੇ ਭਰਮ ਨਾ ਜਾਈ, ਮੂਲ ਛੋੜ ਲਾਗੇ ਦੂਜੇ ਭਾਈ, ਬਿਖ ਕਾ ਮਾਤਾ ਬਿਖ ਮਹੀਂ ਸਮਾਈ। ਸਤਿਗੁਰੂ ਕਹਿੰਦੇ ਵੀ ਅੰਨੇ ਗੁਰੂ ਤੋਂ ਤੁਹਾਡਾ ਭਰਮ ਨਹੀਂ ਜਾਣਾ। ਦੇਖਿਓ ਕਿਸੇ ਵੀ ਤੁਸੀਂ ਗੁਰੂ ਵਾਲੇ ਬਣਨਾ ਤੇ ਪਹਿਲਾਂ ਪਰਖ ਕਰ ਲਿਓ, ਇਹ ਨਾ ਹੋਵੇ ਵੀ ਗੁਰੂ ਅੰਨਾ ਹੋਵੇ। ਹੁਣ ਅੰਨੇ ਜੀਵ ਨੂੰ ਅਸੀਂ ਰਾਹ ਪੁੱਛੀਏ ਤੇ ਉਹ ਕਿਹੜੇ ਰਾਹ ਪਾਏਗਾ? ਉਹ ਤਾਂ ਉਹਨੂੰ ਆਪ ਹੀ ਨਹੀਂ ਰਸਤਾ ਦਿੰਦਾ। ਉਹਨੂੰ ਤੁਸੀਂ ਰਾਹ ਪੁੱਛੋ ਅੰਨੇ ਨੂੰ ਵੀ ਮੈਂ ਰਾਹ ਪਰਮਾਤਮਾ ਨੂੰ ਮਿਲਣਾ ਜੀ, ਮੈਂ ਆਪਦੇ ਘਰੇ ਜਾਣਾ ਨਿੱਜ ਮਹਿਲ 'ਚ। ਅੰਨੇ ਨੂੰ ਪੁੱਛੋ ਰਾਹ, ਤੇ ਉਹ ਕੀ ਦੱਸੇ? ਅੰਨਾ ਜਿਹੜਾ ਆਪ ਹੀ ਨਹੀਂ ਗਿਆ, ਜਿਹਦੇ ਆਪ ਹੀ ਅੱਖਾਂ ਨਹੀਂ ਹੈ, ਉਹ ਦੱਸੇ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇੱਕ ਤਾਂ ਅੰਨੇ ਉਹ ਹੁੰਦੇ ਸੰਸਾਰ 'ਚ ਜਿਨ੍ਹਾਂ ਨੂੰ ਜੀਵ ਕਹਿੰਦੇ ਵੀ ਜਿਨ੍ਹਾਂ ਦੀ ਅੱਖਾਂ ਨਹੀਂ ਹੈ, ਜਿਹੜੇ ਨੇਤਰਹੀਨ ਨੇ। ਪਰ ਗੁਰਬਾਣੀ ਗੁਰੂ ਉਹਨਾਂ ਨੂੰ ਅੰਨੇ ਨਹੀਂ ਕਹਿੰਦੇ। ਗੁਰਬਾਣੀ ਗੁਰੂ ਉਹਨਾਂ ਨੂੰ ਅੰਨੇ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਨਹੀਂ ਦਿਸਦਾ। ਗੁਰਬਾਣੀ ਗੁਰੂ ਉਹਨਾਂ ਨੂੰ ਕਹਿੰਦੇ ਵੀ ਇਹ ਮਨ ਕਰਕੇ ਅੰਨੇ। ਇਸ ਲਈ ਮਾਰੇ ਕਹਿੰਦੇ ਅੰਧੇ ਇਹਨਾਂ ਅੱਖੀਆਂ ਜਿਨ ਮੁਖ ਲੋਇਣ ਨਾਹੀ, ਅੰਧੇ ਸੇ ਨਾਨਕਾ ਜੋ ਖਸਮੋ ਪੁੱਛੇ ਜਾਹੇ। ਮਾਰੇ ਕਹਿੰਦੇ ਅੰਨੇ ਉਹਨਾਂ ਨੂੰ ਨਾ ਸਮਝੋ ਵੀ ਜਿਨ੍ਹਾਂ ਦੇ ਨੇਤਰ ਨਹੀਂ ਹੈ, ਵੀ ਜਿਨ੍ਹਾਂ ਦੀ ਚਲੋ ਜੋਤ ਨਹੀਂ ਹੈ, ਜਿਨ੍ਹਾਂ ਨੂੰ ਦਿਸਦਾ ਨਹੀਂ, ਵੀ ਆਪਾਂ ਉਹਨਾਂ ਨੂੰ ਕਹਿੰਦੇ ਅੰਨਾ ਹੀ। ਸਤਿਗੁਰੂ ਕਹਿੰਦੇ ਅਸਲੀ ਅੰਨਾ ਉਹ ਜਿਹਨੂੰ ਪਰਮਾਤਮਾ ਨਹੀਂ ਦਿਖਾਈ ਦਿੰਦਾ,
ਜਿਹਨੇ ਆਪਦੇ ਮਨ ਦੀ ਜੋਤ ਨਹੀਂ ਪ੍ਰਗਟ ਹੋਈ, ਜਿਹਨੂੰ ਆਤਮਾ ਨਹੀਂ ਦਿਸਦੀ, ਉਹਨੂੰ ਕਹਿੰਦੇ ਅੰਨਾ। ਜਿਨ੍ਹਾਂ ਨੇ ਸੰਗਤ ਨਹੀਂ ਕੀਤੀ, ਜਿਨ੍ਹਾਂ ਨੂੰ ਗਿਆਨ ਨਹੀਂ ਹੋਇਆ, ਜਿਨ੍ਹਾਂ ਨੇ ਗੁਰੂ ਦੀ ਮੱਤ ਨਹੀਂ ਲਈ, ਉਹ ਗਿਆਨ ਤੋਂ ਬਿਨਾਂ ਅੰਨੇ ਨੇ। ਉਹ ਇਸ ਵਾਸਤੇ ਮਹਾਰਾਜ ਕਹਿੰਦੇ ਅੰਨੇ ਤੋਂ ਰਾਹ ਪੁੱਛੋ ਤੇ ਉਹ ਕੀ ਦੱਸੇ। ਉਹ ਐਸੀ ਵਾਸਤੇ 'ਚ ਫਿਰ ਆਪਾਂ ਨੂੰ ਕਹਿੰਦੇ ਬਈ ਅਸੀਂ ਗੁਰੂ ਦੀ ਪਹਿਲਾਂ ਪਰਖ ਕਰ ਲਈ, ਬਈ ਜਿਹੜਾ ਗੁਰੂ ਅਸੀਂ ਧਾਰਨ ਕਰਨਾ, ਜਿਹਨੂੰ ਗੁਰੂ ਬਣਾਉਣ ਲੱਗੇ, ਬਈ ਉਹ ਆਪ ਕਿਤੇ ਅੰਨਾ ਤਾਂ ਨਹੀਂ ਹੈ, ਉਹ ਸਜਾਖਾ ਹੀ ਹੈ। ਜੇ ਉਹ ਆਪ ਸਜਾਖਾ ਤੇ ਫੇਰ ਹੀ ਅਸੀਂ ਉਹਦੇ ਅੱਗੇ ਚੱਲਾਂਗੇ, ਤੇ ਫੇਰ ਉਹਦੇ ਪਿੱਛੇ ਚੱਲ ਕੇ ਅਸੀਂ ਉਹ ਅੱਗੇ ਚੱਲੇਗਾ, ਤੇ ਫੇਰ ਹੀ ਅਸੀਂ ਭਵਸਾਗਰ ਨੂੰ ਪਾਰ ਕਰ ਸਕਦੇ। ਨਹੀਂ ਤਾਂ ਕਈ ਜੀਵ ਬਈ ਉਦਾਂ ਚਤਰ ਬੁੱਧੀ ਵਾਲੇ ਹੋ ਜਾਂਦੇ, ਸਿਆਣੇ ਹੋ ਜਾਂਦੇ, ਪਰ ਉਦਾਂ ਅਕਲੋਂ ਰਹਿੰਦੇ ਨਹੀਂ, ਕਿਉਂਕਿ ਗੁਰੂ ਦੀ ਸ਼ਰਨ 'ਚ ਨਹੀਂ ਗਏ, ਇਸ ਕਰਕੇ ਉਹ ਅੰਨੇ ਨੇ। ਉਹ ਐਸੀ ਅਵਸਥਾ 'ਚ ਫਿਰ ਮਹਾਰਾਜ ਕਹਿੰਦੇ ਮਾਇਆ ਧਾਰੀ ਅਤੇ ਅੰਨਾ ਬੋਲਾ, ਵੀ ਜਿਹੜਾ ਮਾਇਆ ਧਾਰੀ ਹੈ ਉਹ ਅੰਨਾ ਤੇ ਉਹ ਬੋਲਾ ਹੈ। ਸੋ ਇਸ ਵਾਸਤੇ ਫਿਰ ਗੁਰੂ ਨੇ ਸਾਡਾ ਇਹ ਅੰਨਾਪਨ ਦੂਰ ਕਰਨਾ ਹੁੰਦਾ, ਸਾਡਾ ਬੋਲਾਪਨ ਦੂਰ ਕਰਨਾ ਹੁੰਦਾ। ਜਦੋਂ ਫਿਰ ਅਸੀਂ ਗੁਰੂ ਪਾਸੇ ਜਾਂਦੇ ਹਾਂ, ਇਸ ਲਈ ਉਹ ਸਾਡਾ ਇਹ ਭਰਮ ਦਾ ਪਰਦਾ ਪਾਸੇ ਕਰਕੇ ਸਾਨੂੰ ਪਰਮਾਤਮਾ ਨੂੰ ਦਿਖਾ ਦਿੰਦੇ, ਸਾਨੂੰ ਮਾਲਕ ਦੇ ਦਰਸ਼ਨ ਕਰਾ ਦਿੰਦੇ। ਇਸ ਨੂੰ ਮਹਾਰਾਜ ਕਹਿੰਦੇ ਨਿਗਟ ਸੁਣਿਓ ਔਰ ਪੇਖਿਓ ਨਾਹੀਂ, ਭਰਮ ਭਰਮ ਦੁੱਖ ਭਰੀਆ, ਹੋਏ ਕਿਰਪਾਲ ਗੁਰ ਲਾਇਓ ਪਾਰ ਦੋ, ਮਿਲੋ ਲਾਲ ਮਨ ਹਰੀਆ। ਵੀ ਗੁਰੂ ਐਸਾ ਵੀ ਜਿਹਨੇ ਸਾਡਾ ਪਰਦਾ ਪਾਸੇ ਕਰਕੇ ਸਾਨੂੰ ਮਾਲਕ ਨੂੰ ਦਿਖਾ ਦਿੱਤਾ, ਉਹਦੇ ਸਨਮੁਖ ਕਰ ਦਿੱਤਾ। ਫੇਰ ਜੋ ਸਾਡੀ ਸ਼ਬਦ ਦੇ ਨਾਲੋਂ ਲਿਵ ਟੁੱਟ ਚੁੱਕੀ ਨਾਮ ਦੇ ਨਾਲ, ਜੋ ਆਪਾਂ ਪੜ੍ਹਦੇ ਰੋਜ਼ ਲਿਵ ਛੁਡਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਹੁਣ ਉਹ ਸਾਡੀ ਟੁੱਟੀ ਹੋਈ ਗੁਰੂ ਨੇ ਗੰਢਣੀ, ਜੋੜਨੀ। ਇਹਦੇ ਨਾਲ ਜੋੜਨੀ ਅੰਦਰੋਂ ਸ਼ਬਦ ਗੁਰੂ ਨਾਲ, ਨਾਮ ਦੇ ਨਾਲ, ਨਾਦ ਦੇ ਨਾਲ। ਮਾਰੇ ਫਰਮਾਉਂਦੇ ਅੰਦਰੋਂ ਜਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰੇ। ਵੀ ਜੋ ਸਾਡੀ ਅੰਦਰੋਂ ਲਿਵ ਟੁੱਟ ਚੁੱਕੀ ਸੀ, ਉਹ ਗੁਰੂ ਨੇ ਟੁੱਟੀ ਹੋਈ ਅੰਦਰੋਂ ਜੋੜ ਦਿੱਤੀ, ਗੰਢ ਦਿੱਤੀ। ਇਹ ਆਪਾਂ ਕਹਿੰਦੇ ਹਾਂ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਦੀ ਪੁੱਤਰ। ਨਾਦੀ ਪੁੱਤਰ ਕਦੋਂ ਬਣਦੇ? ਜਦੋਂ ਸਾਡੀ ਨਾਦ ਦੇ ਨਾਲ ਜੁੜ ਜਾਂਦੀ, ਜਦੋਂ ਟੁੱਟੀ ਹੋਈ ਅੰਦਰੋਂ ਜੁੜ ਗਈ ਨਾਦ ਸ਼ਬਦ ਗੁਰੂ ਨਾਲ, ਉਦੋਂ ਅਸੀਂ ਨਾਦੀ ਪੁੱਤਰ ਬਣਦੇ। ਹੁਣ ਜੇ ਅਸੀਂ ਨਾਦ ਤਾਂ ਸੁਣਿਆ ਨਹੀਂ, ਉੱਦਾਂ ਗੱਲਾਂ ਬਾਤਾਂ ਕਹੀਆਂ ਨੇ ਅਸੀਂ ਨਾਦੀ ਪੁੱਤਰ ਹਾਂ, ਉਦੋਂ ਫਿਰ ਅਸੀਂ ਗੱਲੀ ਬਾਤੀ ਨਾਦੀ ਪੁੱਤਰ ਹਾਂ, ਨਾਦ ਤਾਂ ਸੁਣਿਆ ਹੀ ਨਹੀਂ, ਨਾਦ ਦਾ ਤਾਂ ਪਤਾ ਨਹੀਂ ਵੀ ਉਹ ਨਾਦ ਹੈ ਕਿੱਥੇ। ਉਹ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਦੋਂ ਅਸੀਂ ਗੁਰੂ ਵਾਲੇ ਬਣ ਗਏ, ਫਿਰ ਗੁਰੂ ਨੇ ਸਾਡੇ ਮਨ ਦਾ ਜਨਮ ਇੱਧਰੋਂ ਮਾਇਆ 'ਚੋਂ ਕੱਢ ਕੇ ਫਿਰ ਉਹ ਆਨੰਦਪੁਰੀ ਦੇ ਵਿੱਚ ਕਰਾ ਦੇਣਾ, ਜਿੱਥੇ ਆਨੰਦ ਹੀ ਆਨੰਦ, ਸੁੱਖ ਹੀ ਸੁੱਖ। ਫਿਰ ਆਪਾਂ ਕਹਿੰਦੇ ਹਾਂ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਦੀ ਪੁੱਤਰ ਹਾਂ ਤੇ ਅਸੀਂ ਵਾਸੀ ਹਾਂ ਆਨੰਦਪੁਰੀ ਦੇ। ਉਹ ਆਨੰਦਪੁਰੀ ਕਿੱਥੇ ਹੈ? ਉਹ ਆਨੰਦਪੁਰੀ ਸਾਡੇ ਅੰਦਰ, ਵੀ ਜਿੱਥੇ ਆਨੰਦ ਹੀ ਆਨੰਦ, ਜਿੱਥੇ ਸੁੱਖ ਹੀ ਸੁੱਖ। ਉਸ ਆਨੰਦਪੁਰੀ ਨੂੰ 10ਵੇਂ ਦਵਾਰ ਦਾ ਨਾਮ ਦਿੱਤਾ, ਉਸ ਨੂੰ ਗੁਰਦੁਆਰਾ ਕਹਿ ਦਿੱਤਾ, ਉਸੇ ਨੂੰ ਗੜ੍ਹ ਕਹਿ ਦਿੱਤਾ। ਇਹ ਉਸੇ ਗੜ੍ਹ ਦਾ ਹੀ ਨਮੂਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ ਆਨੰਦਪੁਰ ਸਾਹਿਬ ਦੀ ਧਰਤੀ ਤੇ, ਜਦੋਂ 5 ਪਿਆਰੇ ਸਾਜੇ ਤੇ ਫਿਰ ਹੋਰਾਂ ਸਿੱਖਾਂ ਨੂੰ ਅੰਮ੍ਰਿਤ ਦਿੱਤਾ। ਫਿਰ ਉਦੋਂ ਜਦੋਂ ਖਾਲਸੇ ਦਾ ਜਨਮ ਹੋਇਆ ਤੇ ਉਹਨਾਂ ਨੇ ਫਿਰ ਉਸ ਸਥਾਨ ਦਾ ਨਾਂ ਇਹ ਅੰਦਰਲੇ ਸਥਾਨ ਦੇ ਨਾਂ ਤੇ ਰੱਖੀ, ਕੇਸਗੜ੍ਹ ਸਾਹਿਬ। ਵੀ ਸਾਡੇ ਜਿਹੜੇ ਕੇਸ ਨੇ,
ਇਸਾਂ ਦੇ ਨਾਲ ਉਹ ਗੜ੍ਹ ਹੈ ਗੁਰਦੁਆਰਾ, ਜਿਹਦੇ ਵਿੱਚ ਸਾਡਾ ਸਾਰਿਆਂ ਦਾ ਸਾਹਿਬ ਮਾਲਕ ਪਰਮਾਤਮਾ ਬੈਠੇ ਨੇ, ਜਿਹਦੇ ਵਿੱਚ ਫਿਰ ਸਾਡਾ ਜਨਮ ਹੁੰਦਾ ਜਦੋਂ ਅਸੀਂ ਗੁਰੂ ਵਾਲੇ ਬਣਦੇ ਹਾਂ। ਗੁਰੂ ਨੇ ਫਿਰ ਸਾਡਾ ਜਨਮ ਇੱਕ ਕੇਸਗੜ੍ਹ ਸਾਹਿਬ ਦੇ ਵਿੱਚ ਕਰਾਉਣਾ। ਫਿਰ ਇਸ ਕਰਕੇ ਆਪਾਂ ਕਹਿੰਦੇ ਹਾਂ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਤੇ ਵਾਸੀ ਆਨੰਦਪੁਰੀ ਦੇ। ਤੇ ਉਹ ਆਨੰਦਪੁਰੀ ਕਿੱਥੇ ਵੀ ਇਹ ਸਾਡੇ ਅੰਦਰ ਨਿਜ ਮਹਿਲ 10ਵਾਂ ਦਵਾਰ ਗੁਰਦੁਆਰਾ, ਜਿਹਨੂੰ ਮੰਦਰ, ਕੋਠੜੀ, ਗੜ੍ਹ ਕਹਿੰਦੇ, ਤਾਂ ਬਹੁਤ ਸਾਰੇ ਨਾਮ ਦਿੱਤੇ। ਹੁਣ ਜੇ ਅਸੀਂ ਅੰਦਰਲੇ ਗੁਰਦੁਆਰੇ ਤਾਂ ਗਏ ਨਹੀਂ, ਜੇ ਅਸੀਂ ਅੰਦਰਲੇ ਕੇਸਗੜ੍ਹ ਸਾਹਿਬ ਤਾਂ ਗਏ ਨਹੀਂ, ਤੇ ਅਸੀਂ ਇਸ ਕਰਕੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਬਾਹਰ ਤਾਂ ਬਣਾਇਆ ਵੀ ਤਾਂ ਕਿ ਜਦੋਂ ਅਸੀਂ ਜਾਈਏ, ਜਿਵੇਂ ਹੁਣ ਆਪਾਂ ਜਾਂਦੇ ਹਾਂ ਵੀ ਅਸੀਂ ਚੱਲੇ ਹਾਂ ਜੀ ਦਰਸ਼ਨ ਮੇਲਾ ਕਰ, ਵੀ ਜਿਹੜੇ ਵੀ ਸਿੱਖ ਇੱਥੇ ਆਉਣਗੇ ਤੇ ਜਿਹੜੇ ਇੱਥੇ ਸੰਤ ਸਾਧੂ ਰਹਿੰਦੇ ਹੋਣਗੇ ਉਸੇ ਜਿਹੜੇ, ਉਹ ਜਦੋਂ ਅਸੀਂ ਇੱਥੋਂ ਜਾਵਾਂਗੇ ਤੇ ਉਹ ਸਾਨੂੰ ਗਿਆਨ ਨੂੰ ਉੱਥੇ ਸਾਨੂੰ ਇਹ ਸਮਝਾਉਣਗੇ, ਸਾਨੂੰ ਇਹ ਭੇਤ ਦੇਣਗੇ ਵੀ ਜਿਵੇਂ ਹੁਣ ਤੁਸੀਂ ਚੱਲ ਕੇ ਆਏ ਹੋ ਇੱਥੇ ਕੇਸਗੜ੍ਹ ਸਾਹਿਬ, ਇਸੇ ਤਰ੍ਹਾਂ ਤੁਸੀਂ ਕੇਸਗੜ੍ਹ ਸਾਹਿਬ ਰੋਜ਼ ਜਾਣਾ, ਤੁਹਾਡੇ ਅੰਦਰ ਤੁਸੀਂ ਰੋਜ਼ ਉੱਥੇ ਜਾਣਾ। ਤੇ ਉੱਥੇ ਕੀ ਪਿਆ ਵੀ ਜੋ ਤੁਸੀਂ ਜਾ ਕੇ ਉੱਥੇ ਤੁਹਾਡੇ ਮਨ ਦੀ ਖੁਰਾਕ ਅੰਮ੍ਰਿਤ ਹੈ, ਉਹ ਤੁਸੀਂ ਅੰਮ੍ਰਿਤ ਉੱਥੋਂ ਰੋਜ਼ ਲੈਣਾ, ਰੋਜ਼ ਪੀਣਾ। ਹੁਣ ਜੇ ਤਾਂ ਆਪਾਂ ਜਦੋਂ ਉੱਥੇ ਜਾਂਦੇ ਹਾਂ, ਆਪਾਂ ਨੂੰ ਉੱਥੇ ਜਾ ਕੇ ਭੇਤ ਆਉਂਦਾ, ਸਾਨੂੰ ਇਹ ਸਮਝਾਇਆ ਜਾਂਦਾ, ਫਿਰ ਤਾਂ ਸਾਡਾ ਜਾਣਾ ਸਫਲ, ਕਿਉਂਕਿ ਫਿਰ ਅਸੀਂ ਉੱਥੋਂ ਉਹ ਗਿਆਨ ਲੈ ਕੇ, ਸੋਝੀ ਲੈ ਕੇ ਫਿਰ ਅਸੀਂ ਉਹ ਖੋਜ ਅੰਦਰੋਂ ਕਰਨੀ ਹੁੰਦੀ ਵੀ ਹੁਣ ਅਸੀਂ ਬਾਹਰੋਂ ਤਾਂ ਦੇਖ ਲਿਆ, ਬਾਹਰੋਂ ਤਾਂ ਅਸੀਂ ਜਾਇਆ ਹੀ, ਦਰਸ਼ਨ ਮੇਲੇ ਕਰਿਆ, ਹੁਣ ਅਸੀਂ ਅੰਦਰੋਂ ਵੀ ਦਰਸ਼ਨ ਕਰੀਏ। ਹੁਣ ਅਸੀਂ ਅੰਦਰੋਂ ਵੀ ਉਹ ਸਾਹਿਬ ਨੂੰ ਮਿਲੀਏ ਜਿਹੜਾ ਸਾਡੇ ਅੰਦਰ ਗੜ੍ਹ 'ਚ ਬੈਠੇ। ਹੁਣ ਅਸੀਂ ਅੰਦਰ ਵੀ ਵਿਚਾਰ ਵਟਾਂਦਰਾ ਕਰੀਏ ਉਹਦੇ ਨਾਲ, ਅੰਦਰੋਂ ਵੀ ਅੰਮ੍ਰਿਤ ਲਈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਦੋਂ ਸਾਡਾ ਜਦੋਂ ਗੁਰੂ ਦੀ ਸ਼ਰਨ 'ਚ ਅਸੀਂ ਜਾਂਦੇ ਪੰਜਾਂ ਪਿਆਰਿਆਂ ਪਾਸ, ਉਹ ਫਿਰ ਸਾਡਾ ਜਨਮ ਹੈ ਆਨੰਦਪੁਰੀ 'ਚ ਕਰਾਉਂਦੇ। ਤੇ ਜਦੋਂ ਸਾਡਾ ਉਧਰ ਜਨਮ ਹੋ ਜਾਂਦਾ ਫਿਰ ਆਪਣਾ ਜੀਵਨ ਬਦਲ ਜਾਂਦਾ। ਫਿਰ ਅਸੀਂ ਆਨੰਦਪੁਰੀ 'ਚ ਵਸਣਾ ਸ਼ੁਰੂ ਕਰ ਦਿੰਦੇ, ਤੇ ਜਦੋਂ ਉੱਥੇ ਵਸਦੇ ਆਪ ਆਨੰਦ ਲੈਂਦੇ ਹਾਂ ਤੇ ਫਿਰ ਦੂਸਰਿਆਂ ਨੂੰ ਵੀ ਦੱਸਦੇ ਵੀ ਤੁਸੀਂ ਵੀ ਆਨੰਦ ਲਓ, ਤੁਸੀਂ ਵੀ ਆਨੰਦਪੁਰੀ ਜਾਓ, ਤੁਸੀਂ ਵੀ ਸੁਖੀ ਹੋ ਜਾਓ। ਫਿਰ ਕਿਵੇਂ ਉਹ ਗੁਰਮੁਖ ਗਏ, ਉਹ ਫਿਰ ਸਾਨੂੰ ਉਹ ਸਾਰਾ ਰਸਤਾ ਦੱਸ ਵੀ ਅਸੀਂ ਇਸ ਤਰ੍ਹਾਂ ਸਿਮਰਨ ਕੀਤਾ, ਸਿਮਰਨ ਅਭਿਆਸ ਕਰਕੇ ਅਸੀਂ ਫਿਰ ਯਾਤਰਾ ਸੀ ਜਿਹੜੀ ਉਹ ਯਾਤਰਾ ਕੀਤੀ। ਤੇ ਜਦੋਂ ਉੱਥੇ ਚਲੇ ਗਏ ਅੰਦਰ ਤੇ ਜਿਹੜੀ ਯਾਤਰਾ ਸੀ ਉਹ ਸਫਲ ਹੋ ਗਈ। ਜਿਸ ਨੂੰ ਮਾਰੇ ਫਰਮਾਉਂਦੇ ਸਫਲ 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 ਭਈ ਯਾਤਰਾ। ਜਿਵੇਂ ਹੁਣ ਆਪਾਂ ਬਾਹਰੀ ਜਾਂਦੇ ਵੀ ਯਾਤਰਾ ਕਰਨ, ਤੇ ਅਸੀਂ ਕਹਿੰਦੇ ਵੀ ਸਾਡੀ ਯਾਤਰਾ ਸਫਲ ਹੋ ਜਾਏ। ਤੇ ਸਫਲ ਅਸੀਂ ਕਦੋਂ ਮੰਨਦੇ ਵੀ ਜਿਹੜੇ ਸਥਾਨ ਤੇ ਅਸੀਂ ਚੱਲੇ ਹਾਂ, ਜਦੋਂ ਅਸੀਂ ਚੰਗੀ ਤਰ੍ਹਾਂ ਉੱਥੇ ਜਾ ਆਉਂਦੇ ਹਾਂ ਤੇ ਜਾ ਕੇ ਅਸੀਂ ਦਰਸ਼ਨ ਮੇਲਾ ਕਰ ਆਉਂਦੇ, ਤੇ ਅਸੀਂ ਕਹਿੰਦੇ ਯਾਤਰਾ ਬੜੀ ਸੋਹਣੀ ਹੋ ਗਈ, ਯਾਤਰਾ ਸਫਲ ਹੋ ਗਈ ਸੀ। ਤੇ ਇਸੇ ਤਰ੍ਹਾਂ ਸਾਡੇ ਅੰਦਰ ਦੀ ਯਾਤਰਾ, ਪਰਮਾਤਮਾ ਵਾਹਿਗੁਰੂ ਨੂੰ ਮਿਲਣਾ, ਜੋ ਸਾਡੇ ਅੰਦਰ ਸਾਹਿਬ ਬੈਠੇ। ਜਦੋਂ ਅਸੀਂ ਉਹ ਆਨੰਦਪੁਰੀ 'ਚ ਚਲੇ ਗਏ, ਮਾਲਕ ਨੂੰ ਮਿਲ ਲਏ, ਤੇ ਸਾਡੀ ਯਾਤਰਾ ਸੀ ਜਿਹੜੀ ਉਹ ਸਫਲ ਹੋ ਗਈ। ਤੇ ਜੇ ਅਸੀਂ ਹੁਣ ਉੱਥੇ ਨਹੀਂ ਪਹੁੰਚੇ ਤੇ ਸਾਡੀ ਯਾਤਰਾ ਸਫਲ ਨਹੀਂ ਹੋਈ, ਵਿੱਚ ਹੀ ਰਹਿ ਗਈ। ਤੇ ਜੇ ਵਿੱਚ ਹੀ ਰਹਿ ਗਈ ਯਾਤਰਾ ਤੇ ਫੇਰ ਆ ਜਾਵਾਂਗੇ ਵਾਪਸ ਪੂਰੀ ਕਰਨ ਵਾਸਤੇ। ਜਦ ਤੱਕ ਪੂਰੀ ਨਹੀਂ ਹੁੰਦੀ ਸਾਨੂੰ ਆਉਣਾ ਹੀ ਪੈਣਾ। ਉਹ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਹੁਣ ਮੌਕਾ
ਹੁਣ ਵਾਰੀ ਹੈ ਵੀ ਹੁਣ ਤੁਸੀਂ ਇਹ ਯਾਤਰਾ ਪੂਰੀ ਕਰ ਲਓ। ਹੁਣ ਤੁਹਾਡੀ ਇਹ ਯਾਤਰਾ ਜਿਹੜੀ ਇਹ ਸਫਲ ਹੋ ਜੀ। ਤੇ ਸਫਲ ਫਿਰ ਹੁੰਦੀ ਜਦੋਂ ਸਾਨੂੰ ਐਸੇ ਗੁਰਮੁਖਾਂ ਦਾ ਸੰਗ ਹੁੰਦਾ ਵੀ ਜਿਨ੍ਹਾਂ ਦੀ ਆਪਦੀ ਯਾਤਰਾ ਸਫਲ ਹੋ ਗਈ, ਜਿਹੜੇ ਇਸ ਰਸਤੇ ਤੋਂ ਚੰਗੀ ਤਰ੍ਹਾਂ ਵਾਕਫ ਨੇ, ਜਿਨ੍ਹਾਂ ਨੇ ਆਉਣ ਜਾਣ ਬਣਾਇਆ ਹੋਇਆ, ਉਹ ਫਿਰ ਸਾਨੂੰ ਕੱਲੀ ਕੱਲੀ ਚੀਜ਼ ਦੱਸੀ ਜਾਂਦੇ ਰਸਤੇ 'ਤੇ। ਬਈ ਜਿਵੇਂ ਹੁਣ ਆਪਾਂ ਅਣਜਾਣ, ਆਪਾਂ ਕਿਤੇ ਜਾਈਏ ਯਾਤਰਾ 'ਤੇ, ਆਪਾਂ ਨੂੰ ਨਹੀਂ ਪਤਾ ਵੀ ਕਿੱਥੇ ਚੜ੍ਹਾਈ ਹੈ, ਕਿੱਥੇ ਮੋੜ ਹੈ, ਕਿੱਥੇ ਕੀ ਔਕੜ ਹੈ, ਆਪਾਂ ਨੂੰ ਨਹੀਂ ਪਤਾ ਹੁੰਦਾ। ਆਪਾਂ ਕਦੇ ਕਦੇ ਜਾਣ ਵਾਲੇ, ਤੇ ਜਿਹੜੇ ਰੋਜ਼ ਜਾਂਦੇ ਉਹਨਾਂ ਨੂੰ ਸਾਰਾ ਚੰਗੀ ਤਰ੍ਹਾਂ ਪਤਾ ਹੁੰਦਾ ਰਾਹ ਦਾ। ਉਹਨਾਂ ਨੂੰ ਪਤਾ ਹੁੰਦਾ ਵੀ ਕਿੱਥੇ ਮੋੜ ਹੈ, ਕਿੱਥੋਂ ਕਿਵੇਂ ਮੁੜਨਾ, ਕਿਵੇਂ ਕਿਹੜੇ ਤਰੀਕੇ ਨਾਲ ਜਾਣਾ, ਉਹ ਚੰਗੀ ਤਰ੍ਹਾਂ ਜਾਣਦੇ। ਸੋ ਇਸ ਵਾਸਤੇ ਫਿਰ ਉਹਨਾਂ ਦਾ ਸੰਗ ਕਰਕੇ, ਗੁਰਮੁਖਾਂ ਦਾ, ਉਹਨਾਂ ਦੇ ਨਾਲ ਅਸੀਂ ਇਹ ਰਸਤਾ ਤੈਅ ਕਰਕੇ ਅਸੀਂ ਮਾਲਕ ਨੂੰ ਮਿਲ ਸਕਦੇ। ਇਸ ਲਈ ਮਹਾਰਾਜ ਕਹਿੰਦੇ ਸਫਲ ਜੀਵਨ ਸਫਲ ਤਾਂ ਕਰ ਸੰਗ, ਜਾ ਕੇ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਬਾਜੀ, ਸੁਨ ਸੁਨ ਆਨੰਦ ਕਰੀ ਪ੍ਰਭ ਗਾਜੀ, ਪ੍ਰਗਟੇ ਗੋਪਾਲ ਮਹਾਤ ਕੇ ਮਾਥੇ, ਨਾਨਕ ਉਤਰੇ ਤਿਨ ਕੇ ਸਾਥੀ। ਵੀ ਅਸੀਂ ਵੀ ਉਹਨਾਂ ਦਾ ਸਾਥ ਲੈ ਕੇ ਅਸੀਂ ਵੀ ਉਧਰ ਸਕਦੇ, ਸਾਡਾ ਵੀ ਜੀਵਨ ਸਫਲ ਹੋ ਸਕਦਾ ਉਹਨਾਂ ਦਾ ਸੰਗ ਕਰਕੇ। ਸਫਲ ਜੀਵਨ ਸਫਲ ਤਾਂ ਕਾ ਸੰਗ, ਜਿਨ੍ਹਾਂ ਦਾ ਆਪਦਾ ਜੀਵਨ ਸਫਲ ਹੋ ਗਿਆ ਉਹਨਾਂ ਦਾ ਸੰਗ ਕਰਾਂਗੇ ਤੇ ਸਾਡਾ ਵੀ ਸਫਲ ਹੋ ਜੀ। ਜਿਵੇਂ ਉਹਨਾਂ ਨੇ ਯਾਤਰਾ ਕੀਤੀ, ਉਹਨਾਂ ਨੇ ਉਹ ਰਸਤਾ ਤੈਅ ਕੀਤਾ, ਉਹ ਆਪਾਂ ਨੂੰ ਵੀ ਦੱਸ ਦੇਣਗੇ। ਹਾਲਾਂਕਿ ਆਪਾਂ ਨੂੰ ਸੌਖਾ ਕਰਕੇ ਦੱਸ ਦੇਣ, ਕਿਉਂਕਿ ਜਿਹੜਾ ਰੋਜ਼ ਰਸਤੇ ਤੇ ਜਾਂਦਾ ਉਹ ਕਈ ਵਾਰੀ ਐਸੇ ਰਾਹ ਹੁੰਦਾ, ਉਹ ਭੇਤੀ ਹੋ ਜਾਂਦਾ ਵੀ ਉਹਨੂੰ ਪਤਾ ਲੱਗ ਜਾਂਦਾ ਵੀ ਆਹ ਰਸਤਾ ਸ਼ਾਰਟਕੱਟ ਜਾਂਦਾ। ਜਿਵੇਂ ਕਦੇ ਕਦੇ ਜਾਣਾ ਆਪਾਂ ਨੂੰ ਕਈ ਵਾਰੀ ਰਾਹ ਲੰਮਾ ਪੈ ਜਾਂਦਾ, ਤੇ ਜਿਹੜੇ ਵਾਕਬੀਤ ਵਾਲੇ ਹੁੰਦੇ ਉਹਨਾਂ ਨੂੰ ਪਤਾ ਵੀ ਰਸਤਾ ਇੱਕ ਵਿੱਚ ਦੀ ਵੀ ਜਾਂਦਾ ਨੇੜੇ, ਉਹ ਸਾਨੂੰ ਛੇਤੀ ਲੈ ਜਾਂਦੇ। ਜਿਹੜੇ ਭੇਤੀ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਨੂੰ ਛੇਤੀ ਪਹੁੰਚਾ ਦਿੰਦੇ ਆ, ਚਲੋ ਜੇ ਉਹ ਚਾਹੁਣ ਤਾਂ। ਇਸ ਵਾਸਤੇ ਫਿਰ ਆਪਾਂ ਨੂੰ ਤਾਂ ਕਹਿੰਦੇ ਵੀ ਉਹਨਾਂ ਗੁਰਮੁਖਾਂ ਤੋਂ ਫਿਰ ਅਸੀਂ ਪੁੱਛ ਕੇ ਫਿਰ ਅਸੀਂ ਇਹ ਰਸਤਾ ਯਾਤਰਾ ਜਿਹੜੀ ਆਪਦੀ ਸਫਲ ਕਰ ਸਕਦੇ ਹਾਂ, ਤੇ ਅਸੀਂ ਆਪਦੇ ਘਰ ਜਾ ਸਕਦੇ ਹਾਂ। ਮਾਲਕ ਪਰਮਾਤਮਾ ਦੇ ਨਾਲ ਆਪਾਂ ਮਿਲਾਪ ਕਰ ਸਕਦੇ ਹਾਂ, ਜਿਹਦੇ ਵਾਸਤੇ ਸਾਨੂੰ ਹੁਣੇ ਵਾਰੀ ਮਿਲੀ ਹੈ। ਆਪਾਂ ਨੂੰ ਜੋ ਰੋਜ਼ ਸਤਿਗੁਰੂ ਉਪਦੇਸ਼ ਕਰਦੇ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਹਾਰਾਜ ਕਹਿੰਦੇ ਵੀ ਹੁਣ ਵਾਰੀ, ਹੁਣ ਸੁਨਹਿਰੀ ਮੌਕਾ ਸਾਡੇ ਕੋਲ ਬੜਾ ਵਧੀਆ, ਹੁਣ ਤੁਸੀਂ ਮਿਲ ਸਕਦੇ ਹੋ। ਹੁਣ ਆਪਣੇ ਤੇ ਮਾਲਕ ਬੜਾ ਦਿਆਲੂ ਹੈ, ਬੜਾ ਕਿਰਪਾਲੂ ਹੈ। ਸਾਨੂੰ ਮਾਨਸ ਜਾਮਾ ਵੀ ਉਦੋਂ ਮਿਲੇ ਆ ਵੀ ਜਦੋਂ ਆਪਣਾ ਮਾਰਗ ਦਰਸ਼ਨ ਗੁਰਬਾਣੀ ਗੁਰੂ ਕਰਦੇ। ਹੁਣ ਇੱਕ ਜਾਣਾ ਹੋਵੇ ਦੱਸਣ ਵਾਲਾ, ਤੇ ਜੀਵ ਕਈ ਵਾਰੀ ਸ਼ੰਕ 'ਚ ਪੈ ਜਾਂਦਾ ਵੀ ਪਤਾ ਨਹੀਂ ਇਹ ਇਕੱਲਾ ਦੱਸਣ ਵਾਲਾ ਵੀ ਸੱਚ ਕਹਿੰਦਾ ਕਿ ਝੂਠ ਕਹਿੰਦਾ, ਪਤਾ ਨਹੀਂ। ਹੁਣ ਗੁਰਬਾਣੀ ਗੁਰੂ ਵਿੱਚ 36 ਗੁਰਮੁਖ ਬੈਠੇ, ਗੁਰੂ ਸਾਹਿਬ ਬੈਠੇ, ਭਗਤ ਬੈਠੇ, ਗੁਰਸਿੱਖ ਬੈਠੇ, ਭੱਟ ਬੈਠੇ। ਹੁਣ 36 ਇੱਕੋ ਹੀ ਗੱਲ ਕਹਿ ਰਹੇ, ਇੱਕੋ ਹੀ ਰਸਤਾ ਦੱਸ ਰਹੇ। ਹੁਣ ਜੇ ਅਸੀਂ ਇੰਨੇ ਜਾਣਿਆਂ ਦੀ ਨਾ ਮੰਨੀਏ, ਇੱਕ ਦੀ ਤਾਂ ਮੰਨਣੀ ਚੱਲ ਔਖੀ ਹੋ ਜਾਂਦੀ ਵੀ ਪਤਾ ਨਹੀਂ ਸੱਚ ਬੋਲਦਾ ਕਿ ਝੂਠ ਬੋਲਦਾ, ਤੇ 36 ਗੁਰਮੁਖ ਇੱਕੋ ਹੀ ਗੱਲ ਕਹਿਣ, ਇੱਕੋ ਹੀ ਰਸਤਾ ਦੱਸਣ, ਇਹ ਅਸੀਂ ਫੇਰ ਨਾ ਮੰਨੀਏ ਉਹਨਾਂ ਦੀ, ਤੇ ਫੇਰ ਤਾਂ ਸਾਡੇ ਨਾਲੋਂ ਵੀ ਮਾੜੇ ਭਾਗ ਹੋਰ ਕਿਤੇ ਹੋਣ। ਬਈ ਇੰਨਾ ਸੌਖਾ ਰਸਤਾ, ਇੰਨਾ ਸਾਨੂੰ
ਮਹਾਰਾਜ ਸੌਖਾ ਕਰਕੇ ਦੱਸਦੇ ਵੀ ਤੁਸੀਂ ਮਿਲ ਲਓ, ਤੁਹਾਡੇ ਅੰਦਰ ਵੀ ਬਾਹਰ ਵੀ ਹੈ, ਤੇ ਜੀਵ ਫਿਰ ਵੀ ਜੇ ਨਾ ਮਿਲੀ ਬਈ ਮਾਲਕ ਤੁਹਾਡੇ ਅੰਦਰ ਬੋਲ ਰਿਹਾ, ਤੁਹਾਡੇ ਅੰਦਰ ਆਵਾਜ਼ ਦੇ ਰਿਹਾ, ਅਸੀਂ ਫੇਰ ਵੀ ਨਾ ਸੁਣੀ। ਬਈ ਮਾਲਕ ਤੁਹਾਨੂੰ ਹਰ ਸਮੇਂ ਦੇਖ ਰਿਹਾ ਤੇ ਅਸੀਂ ਫੇਰ ਵੀ ਨਾ ਉਹਨੂੰ ਦੇਖੀ। ਉਹ ਐਸੀ ਅਵਸਥਾ 'ਚ ਫਿਰ ਕਹਿੰਦੇ ਵੀ ਫਿਰ ਸੱਚੇ ਸਤਿਗੁਰੂ ਵੀ ਕੀ ਕਰਨ। ਵੀ ਸਤਿਗੁਰੂ ਨੂੰ ਫਿਰ ਕੋਈ ਦੋਸ਼ ਨਹੀਂ ਜੇ ਸਿੱਖਾਂ ਨੇ ਕਹਿਣਾ ਹੀ ਨਹੀਂ ਮੰਨਣਾ। ਮਹਾਰਾਜ ਕਹਿੰਦੇ ਕਬੀਰ ਸੱਚਾ ਸਤਿਗੁਰ ਕਿਆ ਕਰੀ, ਜਦ ਸਿੱਖਾਂ ਮਾਹੇ ਚੂਕ, ਆਂਦੇ ਏਕ ਨ ਲੱਗੇ ਜਿਉ ਬਾਂਸ ਵਜਾਈਏ ਫੂਕ। ਮਹਾਰਾਜ ਕਹਿੰਦੇ ਵੀ ਸੱਚਾ ਸਤਿਗੁਰੂ ਫਿਰ ਕੀ ਕਰੇ ਜੇ ਸਿੱਖਾਂ ਨੇ ਕਹਿਣਾ ਹੀ ਨਹੀਂ ਮੰਨਣਾ। ਜਦੋਂ ਲੜਾਈਆਂ ਝਗੜੇ ਹੀ ਕਰਨੇ, ਅਸੀਂ ਵੈਰ ਵਿਰੋਧ ਈਰਖਾ ਨਫ਼ਰਤ ਹੀ ਕਰਨੀ, ਨਿੰਦਿਆ ਚੁਗਲੀ ਕਰਨੀ, ਤੇ ਫਿਰ ਸੱਚੇ ਸਤਿਗੁਰੂ ਕੀ ਕਰਨ। ਉਹ ਸਾਨੂੰ ਪਿਆਰ ਦਾ ਮਾਰਗ ਦੱਸਦੇ ਵੀ ਸਭ ਨਾਲ ਪ੍ਰੇਮ ਕਰੋ, ਮਾਲਕ ਦਾ ਰੂਪ ਜਾਣੋ ਸਭ ਨੂੰ, ਤੇ ਅਸੀਂ ਉਹਦੇ ਸਰਗਨ ਰੂਪ ਦੇ ਨਾਲ ਹੀ ਈਰਖਾ ਕਰੀ ਜਾਂਦੇ, ਉਹਦੇ ਨਾਲ ਹੀ ਨਫ਼ਰਤ, ਉਹਦੇ ਨਾਲ ਹੀ ਲੜਾਈਆਂ ਝਗੜੇ, ਉਹਨੇ ਹੇਕਾ ਬੋਲੀ ਜਾਂਦੇ, ਮਾੜਾ ਬੋਲੀ ਜਾਂਦੇ। ਤੇ ਫੇਰ ਆਖੀਏ ਵੀ ਮਾਲਕਾ ਸਾਡੇ ਤੇ ਕਿਰਪਾ ਕਰ। ਉਹ ਕਹਿੰਦੇ ਕਿਰਪਾ ਤਾਂ ਤੁਹਾਡੇ ਤੇ ਸਤਿਗੁਰੂ ਕਰ ਰਹੇ ਨੇ, ਰੋਜ਼ ਹੀ ਕਰ ਰਹੇ ਨੇ, ਪਰ ਅਸੀਂ ਉਹ ਕਿਰਪਾ ਲੈਂਦੇ ਹੀ ਨਹੀਂ। ਅਸੀਂ ਜਦੋਂ ਉਹਨਾਂ ਦਾ ਬਚਨ ਹੀ ਨਹੀਂ ਮੰਨਦੇ, ਕਹਿਣਾ ਹੀ ਨਹੀਂ ਮੰਨਦੇ, ਤੇ ਫਿਰ ਸਤਿਗੁਰੂ ਹੋਰ ਸਾਡੇ ਤੇ ਕੀ ਕਿਰਪਾ ਕਰਨ। ਇਸੇ ਅਵਸਥਾ 'ਚ ਫਿਰ ਕਹਿੰਦੇ ਬਈ ਸੱਚੇ ਸਤਿਗੁਰੂ ਨੂੰ ਕੋਈ ਦੋਸ਼ ਨਹੀਂ। ਸੱਚਾ ਸਤਿਗੁਰੂ ਵੀ ਕੀ ਕਰੇ ਵੀ ਜਦੋਂ ਸਿੱਖਾਂ ਨੇ ਕਹਿਣਾ ਨਹੀਂ ਮੰਨਣਾ, ਜਦੋਂ ਉਪਦੇਸ਼ ਨਹੀਂ ਮੰਨਣਾ, ਬਈ ਉਹਦਾ ਅਸੀਂ ਆਖੀਏ ਵੀ ਅਸੀਂ ਰੋਜ਼ ਆਉਂਦੇ ਹਾਂ ਜੀ, ਗੁਰੂ ਘਰ ਆਉਂਦੇ ਹਾਂ, ਬਿਨਾਂ ਨਾਗਾ ਆਉਂਦੇ ਹਾਂ, ਰੋਜ਼ ਅਸੀਂ ਗੁਰਬਾਣੀ ਪੜ੍ਹਦੇ ਹਾਂ, ਕੋਈ ਨਾਗਾ ਨਹੀਂ ਪਾਉਂਦੇ, ਅਸੀਂ ਤਾਂ ਪੱਕੇ ਨਿਤਨੇਮੀ ਹਾਂ ਜੀ। ਇਹ ਜਦੋਂ ਅਸੀਂ ਬੋਲੀਏ ਤੇ ਅਸੀਂ ਫਿੱਕਾ ਬੋਲੀਏ, ਮਾੜਾ ਬੋਲੀਏ, ਤੇ ਫਿਰ ਅਸੀਂ ਆਖੀਏ ਸਾਡੇ ਮਨ ਨੂੰ ਸ਼ਾਂਤੀ ਨਹੀਂ, ਸਾਡੇ ਪਰਿਵਾਰਾਂ 'ਚ ਕਲੇਸ਼, ਸਾਡੇ ਮਨ 'ਚ ਕਲੇਸ਼, ਮੈਂ ਬੜਾ ਦੁਖੀ ਹਾਂ, ਮੇਰਾ ਮਨ ਬੜਾ ਸ਼ਾਂਤ ਹੈ, ਮੇਰਾ ਮਨ ਨਹੀਂ ਲੱਗਦਾ। ਤੇ ਫਿਰ ਵੀ ਮਹਾਰਾਜ ਕਹਿੰਦੇ ਵੀ ਇਹਦਾ ਕਾਰਨ ਇਹ ਹੈ ਵੀ ਤੁਸੀਂ ਜੋ ਗੁਰੂ ਕਹਿ ਰਹੇ ਉਹਨੂੰ ਮੰਨਿਆ ਨਹੀਂ, ਤੁਸੀਂ ਉਹਨੂੰ ਸਮਝਿਆ ਨਹੀਂ। ਤਾਂ ਜੋ ਗੁਰਬਾਣੀ ਗੁਰੂ ਕਹਿ ਰਹੇ ਅਸੀਂ ਉਹਨੂੰ ਮੰਨੀਏ ਤੇ ਫਿਰ ਅਸੀਂ ਅਸ਼ਾਂਤ ਕਾਹਤੋਂ ਹੋਈ, ਸਾਡਾ ਮਨ ਦੁਖੀ ਕਿਵੇਂ ਹੋਵੇ। ਜਿਹੜਾ ਇੱਕ ਗੁਰਸਿੱਖ ਉਹ ਕਦੇ ਦੁਖੀ ਨਹੀਂ ਹੋ ਸਕਦਾ, ਉਹਦਾ ਮਨ ਕਦੇ ਅਸ਼ਾਂਤ ਹੋ ਹੀ ਨਹੀਂ ਸਕਦਾ, ਉਹ ਸਦਾ ਹੀ ਚੜ੍ਹਦੀ ਕਲਾ 'ਚ ਰਹੇਗਾ। ਜਿਹੜਾ ਗੁਰੂ ਦੀ ਮੱਤ ਲੈ ਕੇ ਚੱਲੇ ਹੈ ਤੇ ਉਹ ਕਿਵੇਂ ਦੁਖੀ ਹੋ ਸਕਦਾ, ਕਿਵੇਂ ਅਸ਼ਾਂਤ ਹੋ ਸਕਦਾ। ਜੇ ਅਸੀਂ ਦੁਖੀ ਹਾਂ ਤੇ ਦੁਖੀ ਦਾ ਕਾਰਨ ਅਸੀਂ ਖੁਦ ਹਾਂ, ਸਾਡੀ ਮੱਤ, ਅਸੀਂ ਤਾਂ ਦੁਖੀ। ਉਹ ਤਾਈਓ ਫਿਰ ਕਹਿੰਦੇ ਵੀ ਸੱਚਾ ਸਤਿਗੁਰ ਕੀ ਕਰੇ ਵੀ ਜੋ ਕਹਿੰਦੇ ਆ ਵੀ ਉਹ ਤਾਂ ਮੰਨਣਾ ਨਾ ਹੋਇਆ। ਜਿਵੇਂ ਬਾਂਸ ਅੰਦਰੋਂ ਖਾਲੀ, ਇੱਕ ਪਾਸੇ ਫੂਕ ਮਾਰੀਏ ਤੇ ਅੰਦਰੋਂ ਖਾਲੀ ਹੈ, ਦੂਜੇ ਪਾਸੇ ਨਿਕਲ ਜਾਂਦਾ। ਮਾਰੇ ਕਹਿੰਦੇ ਵੀ ਉਹ ਅਵਸਥਾ ਵੀ ਇੱਕ ਪਾਸੇ ਸੁਣਿਆ, ਦੂਜੇ ਪਾਸੇ ਕੱਢਤਾ, ਤੇ ਫਿਰ ਉਹੀਓ ਹਾਲਤ ਸਾਡੇ ਮਨ ਦੀ, ਉਹੀਓ ਵੈਰ ਵਿਰੋਧ ਵਾਲੀ, ਈਰਖਾ ਨਫ਼ਰਤ ਵਾਲੀ, ਨਿੰਦਿਆ ਚੁਗਲੀ ਵਾਲੀ। ਸੋ ਤਾਂ ਕਰਕੇ ਫਿਰ ਸਾਡਾ ਜਿਹੜਾ ਸੁਭਾਅ ਬਦਲਦਾ, ਤਾਂ ਕਰਕੇ ਸਾਡੇ ਅੰਦਰ ਬਦਲਾਅ ਨਹੀਂ ਆਉਂਦਾ। ਸਾਨੂੰ ਇਹ ਸਾਰਾ ਕੁਝ ਛੱਡਣਾ ਪੈਂਦਾ, ਸਾਨੂੰ ਰਹਿਤਾਂ ਰੱਖਣੀਆਂ ਪੈਂਦੀਆਂ। ਇਹ ਸਾਡੇ ਮਨ ਦੀਆਂ ਰਹਿਤਾਂ, ਜਿਵੇਂ ਆਪਾਂ ਗੁਰੂ ਵਾਲੇ ਬਣਦੇ ਹੋ ਸਾਨੂੰ ਰਹਿਤਾਂ ਦੱਸਦੇ, ਉਹ ਫਿਰ ਸਾਰਾ ਉਪਦੇਸ਼ ਮਨ ਨੂੰ ਦਿੰਦੇ ਤੇ ਮਨ ਦੀਆਂ ਰਹਿਤਾਂ ਹੁੰਦੀਆਂ। ਹੁਣ ਮਨ ਦੀ ਰਹਿਤ ਹੈ ਵੀ ਜਦੋਂ ਅਸੀਂ ਇਹ ਸਿਮਰਨ ਕਰਨਾ, ਸਿਮਰਨ ਦੇ ਨਾਲ ਇਹ ਰਹਿਤ ਰੱਖਣੀ, ਪਰਹੇਜ਼ ਰੱਖਣਾ ਵੀ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਨੀ,
ਨਾ ਕਿਸੇ ਦੀ ਨਿੰਦਿਆ ਕਰਨੀ ਤੇ ਨਾ ਸੁਣਨੀ, ਇਹ ਸਾਡੇ ਮਨ ਦੀ ਰਹਿਤ। ਤੇ ਇਹਨਾਂ ਰਹਿਤਾਂ ਪ੍ਰਥਾਈ ਮਹਾਰਾਜ ਕਹਿੰਦੇ ਨੇ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਰਹਿਤ ਪਿਆਰੀ ਆ, ਸਿੱਖ ਨਹੀਂ। ਵੀ ਜਿਹੜਾ ਰਹਿਤ ਰੱਖਦਾ, ਰਹਿਤ ਕੀ ਵੀ ਜਿਹੜਾ ਨਿੰਦਿਆ ਨਹੀਂ ਕਰਦਾ, ਇਹ ਰਹਿਤ ਆ। ਫਿਰ ਦੂਸਰੀ ਰਹਿਤ ਵੀ ਕਿਸੇ ਨਾਲ ਅਸੀਂ ਮਨ 'ਚ ਦੁਖਦਾ ਨਹੀਂ ਰੱਖ, ਕਿਸੇ ਨਾਲ ਅਸੀਂ ਵੈਰ ਵਿਰੋਧ ਨਹੀਂ ਕਰਨਾ, ਇਹ ਸਾਡੇ ਮਨ ਦੀ ਰਹਿਤ ਆ। ਇਹ ਅਸੀਂ ਮਨ ਨੂੰ ਹਉਮੈ ਤੋਂ ਰਹਿਤ ਰੱਖਣਾ, ਇਹ ਸਾਡੇ ਮਨ ਦੀ ਰਹਿਤ। ਤੇ ਲੋਕ ਲੱਜਾ ਤੋਂ ਅਸੀਂ ਮਨ ਨੂੰ ਉੱਪਰ ਉਠਾਉਣਾ। ਲੋਕ ਲੱਜਾ ਇੱਕ ਬਹੁਤ ਵੱਡੀ ਰੁਕਾਵਟ। ਲੋਕ ਲੱਜਾ 'ਚ ਕੀ ਹੁੰਦਾ ਵੀ ਜੇ ਅਸੀਂ ਸਿਮਰਨ ਕਰਾਂਗੇ ਤੇ ਲੋਕ ਕੀ ਕਹਿਣਗੇ, ਇਹਨੂੰ ਲੋਕ ਲੱਜਾ ਕਹਿੰਦੇ। ਤੇ ਸਤਿਗੁਰੂ ਕਹਿੰਦੇ ਲੋਕ ਲੱਜਾ ਤਾਂ ਉਹਨਾਂ ਨੂੰ ਆਉਣੀ ਚਾਹੀਦੀ ਜਿਹੜੇ ਸਿਮਰਨ ਕਰਦੇ ਨੇ, ਜਿਹੜੇ ਸਤਸੰਗ 'ਚ ਨਹੀਂ ਆਉਂਦੇ ਉਹਨਾਂ ਨੂੰ ਤਾਂ ਲਾਜ ਨਾਲ ਮਾਰੀ ਜਾਣਾ ਚਾਹੀਦਾ। ਬਈ ਜੇ ਉਹ ਚਾਹਣ ਅਸੀਂ ਸਿਮਰਨ ਤੋਂ ਬਿਨਾਂ ਸੁਖੀ ਹੋ ਜਾਾਂਗੇ, ਮਹਾਰਾਜ ਕਹਿੰਦੇ ਸੁੱਖ ਕਿੱਥੋਂ ਮਿਲਣਾ ਉਹਨਾਂ ਨੂੰ? ਨਾ ਉਹ ਇੱਥੇ ਸੁਖੀ ਹੋ ਸਕਦੇ, ਨਾ ਉਹ ਸੁਖੀ ਸੌਂ ਸਕਦੇ, ਉਹਨਾਂ ਨੇ ਹਰ ਸਮੇਂ ਦੁਖੀ ਰਹਿਣਾ ਸਿਮਰਨ ਤੋਂ। ਇਸ ਲਈ ਫਰਮਾਉਂਦੇ ਲਾਜ ਮਰੇ ਜੋ ਨਾਮ ਨਾ ਲੇਵੇ, ਨਾਮ ਵੀ ਹੁਣ ਸੁਖੀ ਕਿਉਂ ਸੋਵੇ। ਹਰ ਸਿਮਰਨ ਛਾੜ ਪਰਮਗਤ ਚਾਹੇ, ਮੂਲ ਬਿਨਾ ਸਾਕਾ ਕਰਤਾਹੀ। ਮਹਾਰਾਜ ਕਹਿੰਦੇ ਵੀ ਲਾਜ ਤਾਂ ਉਹਨਾਂ ਨੂੰ ਆਉਣੀ ਚਾਹੀਦੀ। ਤੇ ਆਪਾਂ ਨੂੰ ਕਹਿੰਦੇ ਵੀ ਆਪਾਂ ਸਿਮਰਨ ਕਰਨ ਲੱਗੇ ਲੋਕ ਲੱਜਾ ਨਹੀਂ ਮੰਨਣੀ, ਵੀ ਇਹ ਨਾ ਹੋਵੇ ਵੀ ਅਸੀਂ ਲੋਕ ਲੱਜਾ 'ਚ ਆ ਜਾਈਏ ਵੀ ਅਸੀਂ ਬੋਲੀਏ ਇਹਨੂੰ, ਵੀ ਜੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਾਂਗੇ ਤੇ ਲੋਕ ਕੀ ਕਹਿਣਗੇ। ਤੇ ਜਿਹੜਾ ਨਹੀਂ ਕਰਦਾ ਲਾਜ ਤਾਂ ਉਹਨੂੰ ਆਉਣੀ ਚਾਹੀਦੀ, ਸ਼ਰਮ ਵੀ ਮੈਂ ਕਰਦਾ ਨਹੀਂ ਹੈ। ਇਹਦੇ ਸੰਸਾਰ 'ਚ ਪੁੱਠਾ ਚੱਲਦਾ, ਜਿਹੜੇ ਨਹੀਂ ਕਰਦੇ ਉਹ ਕਹਿਣਗੇ ਦਿਖਾਵਾ ਕਰਦੇ। ਆਪਾਂ ਨੂੰ ਗੁਰਬਾਣੀ 'ਚ ਹੁਕਮ ਹੈ ਵੀ ਤੁਸੀਂ ਬੋਲ ਕੇ ਕਰਨਾ, ਤੇ ਜਦੋਂ ਬੋਲ ਕੇ ਕਰਦੇ ਦਿਖਾਵਾ ਕਰਦੇ, ਪਤਾ ਨਹੀਂ ਕਿਹਨੂੰ ਦਿਖਾਉਂਦੇ ਬੋਲ ਬੋਲ ਕੇ, ਵੀ ਜੇ ਕਰਨਾ ਤੇ ਬੋਲਣ ਦੀ ਕੀ ਲੋੜ। ਹੁਣ ਮਹਾਰਾਜ ਸੱਚੇ ਪਾਤਸ਼ਾਹ ਤਾਂ ਕਹਿੰਦੇ ਗੁਰਮੁਖ ਹਰਿ ਜਸ ਗਾਵੋ ਉੱਚਾ, ਵੀ ਉੱਚੀ ਗਾਵੋ, ਉੱਚੀ ਬੋਲੋ। ਬੋਲਦੇ ਕਿਉਂ? ਵੀ ਜਦੋਂ ਨਹੀਂ ਬੋਲਦੇ ਉਹ ਸਾਨੂੰ ਲੋਕ ਲੱਜਾ ਹੁੰਦੀ, ਅਸੀਂ ਤਾਂ ਨਹੀਂ ਬੋਲਦੇ ਵੀ ਲੋਕ ਕੀ ਕਹਿਣਗੇ, ਵੀ ਜੇ ਅਸੀਂ ਬੋਲਾਂਗੇ। ਤੇ ਸੰਸਾਰ ਦਾ ਪੁੱਠਾ ਚੱਲਦਾ, ਜਿਹੜਾ ਬੋਲਦਾ ਉਹਨੂੰ ਕਹਿੰਦੇ ਵੀ ਇਹ ਦਿਖਾਵਾ ਕਰਦਾ। ਤੇ ਹੁਣ ਅਸੀਂ ਇਹ ਦੇਖਣਾ ਵੀ ਅਸੀਂ ਗੁਰੂ ਦਾ ਵਚਨ ਮੰਨਣਾ ਕਿ ਜਾਂ ਅਸੀਂ ਉਹ ਮਨਮੁਖ ਹੈ ਜਿਹੜਾ ਉਹਦਾ ਮੰਨਣਾ। ਜਿਹੜਾ ਨਹੀਂ ਕਰਦਾ ਉਹ ਸਾਨੂੰ ਆਖੇ ਵੀ ਕਿਉਂ ਕਰਦਾ, ਤੇ ਅਸੀਂ ਉਹਦੀ ਮੰਨ ਕੇ ਅਸੀਂ ਬੰਦ ਕਰ ਦਈਏ ਵੀ ਅਸੀਂ ਉਹਦੀ ਨਹੀਂ ਮੰਨਣੀ, ਅਸੀਂ ਗੁਰੂ ਦੀ ਮੰਨਣੀ। ਜਦੋਂ ਗੁਰਬਾਣੀ ਗੁਰੂ ਸਾਨੂੰ ਕਹਿ ਰਹੇ ਵੀ ਬੋਲ ਕੇ ਕਰੋ, ਵੀ ਜਿਹੜਾ ਤੁਹਾਡਾ ਮਨ ਵਿਚਾਰਾਂ 'ਚ ਫੁਰਨਿਆਂ 'ਚ ਸੁੱਤਾ ਪਿਆ, ਤੁਸੀਂ ਮਨ ਨੂੰ ਜਗਾਉਣ ਦੀ ਵਿਧੀ ਤਰੀਕਾ ਹੈ। ਤੁਸੀਂ ਮੁੱਖ ਦੁਆਰਾ ਬੋਲਣਾ ਤੇ ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਸੁਣਨਾ ਧਿਆਨ ਦੇ ਨਾਲ। ਹੁਣ ਜੇ ਅਸੀਂ ਬੋਲਾਂਗੇ ਤੇ ਫੇਰ ਹੀ ਆਪਦੀ ਆਵਾਜ਼ ਨੂੰ ਸੁਣਾਂਗੇ, ਜੇ ਅਸੀਂ ਬੋਲਾਂਗੇ ਨਹੀਂ ਤਾਂ ਕਿਵੇਂ ਸੁਣਾਂਗੇ? ਇਸ ਲਈ ਆਪਾਂ ਨੂੰ ਵਿਧੀ ਦੱਸੀ। ਮਹਾਰਾਜ ਕਹਿੰਦੇ ਰਸਨਾ ਉਚਰੇ ਹਰ ਸਰਬਣੀ ਸੁਣੇ ਸੋਧਰੇ ਮਿਤ, ਵੀ ਤੁਹਾਡਾ ਆਧਾਰ ਫੇਰ ਹੋਣਾ ਜਦੋਂ ਤੁਸੀਂ ਰਸਨਾ ਦੁਆਰਾ ਬੋਲੋਗੇ, ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਧਿਆਨ ਨਾਲ ਸੁਣੋਗੇ, ਫੇਰ ਤੁਹਾਡੇ ਫੁਰਨੇ, ਫੇਰ ਤੁਹਾਡੇ ਵਿਚਾਰ ਰੁਕਣੇ ਨੇ। ਜੇ ਅਸੀਂ ਬੋਲਾਂਗੇ ਨਹੀਂ, ਬੋਲ ਕੇ ਸੁਣਾਂਗੇ ਨਹੀਂ, ਤੇ ਸਾਡੇ ਵਿਚਾਰ ਫੁਰਨੇ ਰੁਕਣੇ ਨਹੀਂ। ਸਾਡਾ ਮਨ ਤਾਂ ਹੋਰ ਹੀ ਪਾਸੇ ਭੱਜਿਆ ਫਿਰਨਾ ਵਿਚਾਰਾਂ 'ਚ, ਫੁਰਨਿਆਂ 'ਚ। ਇਸ ਵਾਸਤੇ ਫਿਰ ਇਹ ਆਪਾਂ ਨੂੰ ਵਿਧੀਆਂ ਤਰੀਕੇ ਦੱਸੇ, ਨਾਲ ਨਾਲ ਇਹ ਰਹਿਤਾਂ ਦੱਸੀਆਂ ਮਨ ਦੀਆਂ। ਜਦੋਂ ਅਸੀਂ ਇਹ ਰਹਿਤਾਂ ਵੀ ਰੱਖਾਂਗੇ ਤੇ ਸਿਮਰਨ ਵੀ ਕਰਾਂਗੇ ਤੇ ਫਿਰ ਤਾਂ ਸਾਡੇ ਤੇ ਕਿਰਪਾ ਹੋਣੀ ਹੋਣੀ। ਇੱਦਾਂ ਸੰਸਾਰ ਦੀ ਐਸੀ ਕੋਈ ਤਾਕਤ ਹੈ ਹੀ ਨਹੀਂ ਵੀ ਜਿਹੜੀ ਸਾਡੇ ਤੇ ਕਿਰਪਾ ਹੋਣ ਤੋਂ ਰੋਕ ਸਕੇ। ਇਸ ਵਾਸਤੇ ਫਿਰ ਮਹਾਰਾਜ ਸਮਝਾਉਂਦੇ ਵੀ ਜੇ ਹੁਣ ਜੀਵ ਦਵਾਈ ਵੀ ਲਵੇ, ਡਾਕਟਰ ਪਾਸ ਵੀ ਜਾਵੇ, ਤੇ ਡਾਕਟਰ ਦਵਾਈ ਦੇ ਨਾਲ ਜੋ ਪਰਹੇਜ਼ ਦੱਸੇ ਤੇ ਉਹ ਪਰਹੇਜ਼ ਰੱਖੇ ਨਾ, ਤੇ ਫਿਰ ਉਹ ਆਖੇ ਵੀ ਦਵਾਈ ਅਸਰ ਨਹੀਂ ਕਰਦੀ, ਹੈ ਡਾਕਟਰ ਨਹੀਂ ਵਧੀਆ, ਉਹ ਦੋਸ਼ ਉਹਨੂੰ ਦਵੇ ਤੇ ਪਰਹੇਜ਼ ਆਪ ਨਾ ਰੱਖੇ, ਕਹਿਣਾ ਆਪ ਨਾ ਮੰਨੇ। ਤੇ ਫਿਰ ਇਸ ਲਈ ਅਸੀਂ ਸਾਡਾ ਉਹਨੂੰ ਦਿੱਤਾ ਹੋਇਆ ਦੋਸ਼ ਉਹ ਵਿਅਰਥ ਹੈ ਜਦੋਂ ਅਸੀਂ
ਜੋ ਉਹਨੇ ਸਾਨੂੰ ਰਹਿਤਾਂ ਪਰਹੇਜ ਦੱਸੇ ਅਸੀਂ ਉਹ ਤਾਂ ਰੱਖੇ ਨਹੀਂ। ਇਉਂ ਸਾਨੂੰ ਭਾਈ ਗੁਰਦਾਸ ਜੀ ਸਮਝਾਉਂਦੇ, ਕਹਿੰਦੇ पूछत है वैद खात औखद न संजम से, कैसे मिटे रोग सुख सहज समाइए। ਵੀ ਜੀਵ ਵੈਦ ਕੋਲ ਜਾਂਦਾ, ਉਹ ਤੋਂ ਔਖਦ ਦਾਰੂ ਵੀ ਲੈਂਦਾ, ਤੇ ਉਹ ਦਾਰੂ ਦਿੰਦਾ ਤੇ ਦਾਰੂ ਦੇ ਨਾਲ ਉਹ ਸੰਜਮ ਦੱਸਦਾ ਵੀ ਆਹ ਤੁਸੀਂ ਨਾਲ ਸੰਜਮ ਰੱਖ। ਜਿਵੇਂ ਆਪਾਂ ਨੂੰ ਕੋਈ ਤਕਲੀਫ ਹੁੰਦੀ, ਆਪਾਂ ਡਾਕਟਰ ਕੋਲ ਜਾਂਦੇ ਹਾਂ, ਉਹ ਆਪਾਂ ਨੂੰ ਕਹਿੰਦਾ ਵੀ ਆਹ ਖੱਟੀ ਤਲੀ ਚੀਜ਼ ਨਹੀਂ ਖਾਣੀ, ਜਾਂ ਹੋਰ ਕੋਈ ਉਹ ਪਰਹੇਜ਼ ਦੱਸਦਾ ਵੀ ਆਹ ਚੀਜ਼ ਨਹੀਂ ਤੁਸੀਂ ਲੈਣੀ। ਜੇ ਹੁਣ ਅਸੀਂ ਉਹੀ ਚੀਜ਼ ਖਾਈ ਚੱਲੀਏ, ਨਾਲ ਦਵਾਈ ਵੀ ਖਾਈ ਚੱਲੀਏ ਤੇ ਨਾਲ ਉਹ ਚੀਜ਼ ਵੀ ਖਾਈ ਚੱਲੀਏ ਜਿਹੜੀ ਉਹਨੇ ਆਖਿਆ ਨਹੀਂ ਖਾਣੀ, ਤੇ ਫੇਰ ਆਖੀਏ ਵੀ ਬਿਮਾਰੀ ਠੀਕ ਨਹੀਂ ਹੁੰਦੀ। ਜਿਵੇਂ ਹੁਣ ਕਿਸੇ ਨੂੰ ਮੰਨ ਲਓ ਸ਼ੂਗਰ, ਹੁਣ ਆਪਾਂ ਦਵਾਈ ਵੀ ਲਈਏ ਤੇ ਮਿੱਠਾ ਵੀ ਖਾਈ ਚੱਲੀਏ। ਕਈ ਇੱਦਾਂ ਹੀ ਕਰਦੇ, ਦਵਾਈਆਂ ਤਾਂ ਵਧਾਈ ਜਾਣਗੇ ਪਰ ਮਿੱਠਾ ਨਹੀਂ ਛੱਡਦੇ, ਉਹ ਓਨਾ ਹੀ ਖਾਈ ਜਾਣਾ, ਮਿੱਠਾ ਵੀ ਖਾਈ ਜਾਣਾ, ਦਵਾਈਆਂ ਵੀ ਖਾਈ ਜਾਣਾ। ਤੇ ਫੇਰ ਆਖੀਏ ਵੀ ਇਹ ਹੁਣ ਰੋਗ ਠੀਕ ਨਹੀਂ ਹੁੰਦਾ ਜੀ, ਉਹ ਠੀਕ ਹੀ ਹੁਣ, ਉਹ ਤਾਂ ਹੋਰ ਵੱਧ ਜਾਣਾ ਰੋਗ। ਸੋ ਇਸੇ ਤਰ੍ਹਾਂ ਹੀ ਇਹ ਸਾਡੇ ਮਨ ਦੇ ਰੋਗ, ਇਹ ਸਾਡੇ ਮਨ ਦੇ ਰੋਗ ਫਿਰ ਉਹਨਾਂ ਸਮਾਂ ਠੀਕ ਨਹੀਂ ਹੁੰਦੇ ਜਿੰਨਾ ਸਮਾਂ ਅਸੀਂ ਸਿਮਰਨ ਨਹੀਂ ਕਰਦੇ, ਤੇ ਨਾਲ ਨਾਲ ਜੋ ਸਾਨੂੰ ਇਹ ਰਹਿਤਾਂ ਦੱਸੀਆਂ ਅਸੀਂ ਇਹ ਪਰਹੇਜ਼ ਨਹੀਂ ਰੱਖਦੇ। ਜਦੋਂ ਅਸੀਂ ਪਰਹੇਜ਼ ਵੀ ਪੂਰਾ ਰੱਖਾਂਗੇ, ਫਿਰ ਚਾਹੇ ਦਵਾਈ ਥੋੜੀ ਵੀ ਖਾ ਲਓ, ਪਰਹੇਜ਼ ਪੂਰਾ, ਦਵਾਈ ਸਿਮਰਨ ਥੋੜਾ ਵੀ ਕਰ ਲਓਗੇ ਤੇ ਤਾਂ ਵੀ ਇਹਦੇ ਆਪਣੇ ਮਨ ਦਾ ਇਲਾਜ ਹੋ ਜਾਣਾ। ਤੇ ਜੇ ਪਰਹੇਜ਼ ਨਹੀਂ, ਦਵਾਈ ਚਾਹੇ ਜ਼ਿਆਦਾ ਵੀ ਲਈ ਚੱਲੋ ਤਾਂ ਵੀ ਦਵਾਈ ਨੇ ਅਸਰ ਨਹੀਂ ਕਰਨਾ। ਸੋ ਇਹੋ ਕਾਰਨ ਹੈ ਕਈ ਜੀਵ ਸਿਮਰਨ ਇੰਨਾ ਕਰਦੇ ਨੇ, ਸਾਰੀ ਸਾਰੀ ਰਾਤ ਦਿਨ ਲੱਗੇ ਹੀ ਰਹਿੰਦੇ, ਕਰੀ ਜਾਂਦੇ, ਪਰ ਜਿਹੜੀ ਰਹਿਤ ਹੈ, ਰਹਿਤ ਕੋਈ ਨਹੀਂ, ਪਰਹੇਜ਼ ਕੋਈ ਨਹੀਂ ਰੱਖ। ਸਿਮਰਨ ਵੀ ਕਰਦੇ, ਗੁਰਬਾਣੀ ਵੀ ਪੜ੍ਹਦੇ ਆ, ਤੇ ਜਦੋਂ ਮੌਕਾ ਮਿਲਦਾ ਨਿੰਦਿਆ ਵੀ ਕਰ ਲੈਂਦੇ, ਜਦੋਂ ਵਿੱਚ ਦੀ ਮੌਕਾ ਮਿਲਦਾ ਫੇਕਾ ਵੀ ਬੋਲ ਲੈਂਦੇ, ਈਰਖਾ ਨਫ਼ਰਤ ਵੀ ਕਰ ਲੈਂਦੇ, ਤੇ ਨਾਲੇ ਸਿਮਰਨ ਵੀ ਕਰਦੇ, ਗੁਰਬਾਣੀ ਵੀ ਪੜ੍ਹਦੇ, ਨਾਲ ਹਉਮੈ ਵੀ ਕਰੀ ਜਾਂਦੇ, ਦੂਸਰੇ ਨੂੰ ਨੀਵਾਂ ਦਿਖਾਉਂਦੇ, ਮੈਂ ਇੰਨੀ ਬਾਣੀ ਪੜ੍ਹਦਾ, ਉਹ ਪੜ੍ਹਦਾ ਹੀ। ਤੇ ਉਹ ਤਾਂ ਕਰਕੇ ਫਿਰ ਜਿਹੜੀ ਚੀਜ਼ ਦੀ ਸਾਨੂੰ ਪ੍ਰਾਪਤੀ ਹੋਣੀ ਹੁੰਦੀ ਨਾਮ ਦੀ, ਉਹ ਤੋਂ ਅਸੀਂ ਵਾਂਝੇ ਰਹਿ ਜਾਂਦੇ, ਉਹ ਪ੍ਰਾਪਤੀ ਸਾਨੂੰ ਹੁੰਦੀ ਨਹੀਂ ਹੈ। ਇਸ ਵਾਸਤੇ ਫਿਰ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਤਾਂਹੀਓ ਕਹਿੰਦੇ ਵੀ ਮੈਨੂੰ ਸਿੱਖ ਨਾਲੋਂ ਉਹਦੀ ਰਹਿਤ ਪਿਆਰੀ ਹੈ। ਸਿੱਖ ਕੌਣ? ਸਾਡਾ ਮਨ, ਤੇ ਸਾਰੀ ਰਹਿਤ ਮਨ ਦੀ ਹੈ। ਤੇ ਜਦੋਂ ਅਸੀਂ ਰਹਿਤਾਂ ਰੱਖਾਂਗੇ ਤੇ ਫਿਰ ਅਸੀਂ ਗੁਰੂ ਨੂੰ ਪਿਆਰੇ ਲੱਗਾਂਗੇ, ਚੰਗੇ ਲੱਗਾਂਗੇ। ਸੋ ਇਸ ਵਾਸਤੇ ਫਿਰ ਇਹ ਦੋਵੇਂ ਜ਼ਰੂਰੀ, ਨਾਲ ਸਿਮਰਨ ਤੇ ਰਹਿਤਾਂ। ਜੇ ਸਿਮਰਨ ਕਰਾਂਗੇ ਫਿਰ ਇਹ ਰਹਿਤਾਂ ਵੀ ਰੱਖੀਆਂ ਜਾਣਗੀਆਂ, ਜੇ ਸਿਮਰਨ ਨਹੀਂ ਕਰਾਂਗੇ ਤੇ ਰਹਿਤਾਂ ਵੀ ਨਹੀਂ ਰਹਿਣੀਆਂ। ਇਹ ਦੋਵੇਂ ਜ਼ਰੂਰੀ ਨੇ, ਤਾਂ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਕਰੋ, ਵੱਧ ਤੋਂ ਵੱਧ ਸਿਮਰਨ ਕਰੋ। ਜਿਉਂ ਜਿਉਂ ਕਰਾਂਗੇ ਤੇ ਉਹਦੇ ਫਿਰ ਮਾਲਕ ਦੀ ਸਾਡੇ ਉੱਤੇ ਜਿਹੜੀ ਕਿਰਪਾ ਹੁੰਦੀ ਜਾਣੀ। ਆਓ ਹੁਣ ਜੋ ਆਪਾਂ ਨੂੰ ਸਤਿਗੁਰੂ ਕਹਿ ਰਹੇ ਸਿਮਰਨ ਕਰਨ ਨੂੰ, ਆਪਾਂ ਇਹਨਾਂ ਦਾ ਵਚਨ ਮੰਨੀਏ, ਕਿਉਂਕਿ ਸਮਾਂ ਜਿਹੜਾ ਸਾਡਾ ਰੋਜ਼ ਦੀ ਰੋਜ਼ ਬੀਤਦਾ ਜਾ ਰਿਹਾ, ਘਟਦਾ ਜਾ ਰਿਹਾ। ਇਹ ਆਪਾਂ ਨੂੰ ਕਹਿੰਦੇ ਵੀ ਸਾਡਾ ਹੁਣ ਕਹਿਣਾ ਮੰਨ ਲਓ, ਸਿਮਰਨ ਕਰ। ਮਹਾਰਾਜ ਕਹਿੰਦੇ ਹਰ ਜਸ ਹਰੀ ਮਨ ਗਾਈ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਾ ਮਾਨ ਲੈ ਮੇਰੋ। ਅਵਸਰ ਹੁੰਦਾ ਸਮਾਂ। ਮਹਾਰਾਜ ਕਹਿੰਦੇ ਸਮਾਂ ਤੁਹਾਡਾ ਰੋਜ਼ ਦੀ ਰੋਜ਼ ਬੀਤਦਾ ਜਾ ਰਿਹਾ, ਤੁਸੀਂ ਇਹ ਨਾ ਸਮਝੋ ਵੀ ਤੁਸੀਂ ਸਮਾਂ ਤੁਹਾਡਾ ਵੀ ਵੱਧਦਾ ਨਹੀਂ, ਉਹ ਘਟਦਾ ਹੈ। ਜਿਵੇਂ ਜਨਨੀ ਮਾਂ ਤਾਂ ਉਹ ਆਪਦੇ ਪੁੱਤ ਨੂੰ ਦੇਖ ਕੇ, ਬੱਚੇ ਨੂੰ ਦੇਖ ਕੇ ਖੁਸ਼ ਹੁੰਦੀ ਵੀ ਮੇਰਾ ਬੱਚਾ ਵੱਡਾ ਹੋ ਰਿਹਾ, ਤੇ ਗੁਰੂ ਸਾਹਿਬ ਕਹਿੰਦੇ ਉਹ ਵੱਡਾ ਨਹੀਂ ਹੋ ਰਿਹਾ, ਉਹ ਘਟ ਰਿਹਾ।
ਜਦੋਂ ਅਸੀਂ ਇਹ ਸੰਸਾਰ 'ਚ ਆ ਗਏ ਉਸੇ ਦਿਨ ਤੋਂ ਅਸੀਂ ਘਟਣਾ ਸ਼ੁਰੂ ਕਰ ਦਿੰਦੇ, ਕਿਉਂਕਿ ਧਨ ਸਾਨੂੰ ਗਿਣਤੀ ਦਾ ਮਿਲੇ ਸਵਸਨ, ਉਹਦੇ ਵਿੱਚ ਵਧਣਾ ਨਹੀਂ। ਜਦੋਂ ਅਸੀਂ ਆ ਕੇ ਖਰਚਣੇ ਸ਼ੁਰੂ ਕਰ ਦਿੱਤੇ ਉਹ ਘਟਣਾ ਸ਼ੁਰੂ ਹੋ ਗਿਆ, ਰੋਜ਼ ਖਰਚੀ ਜਾਂਦੇ ਉਹ ਘਟੀ ਜਾਂਦੇ। ਤੇ ਹੁਣ ਜਿਹੜਾ ਧਨ ਅਸੀਂ ਰੋਜ਼ ਵਰਤਦੇ ਹਾਂ ਹੋਰ ਵਿੱਚ ਪੈਣਾ ਕੱਢ ਕੱਢ ਕੇ ਖਰਚੀ ਜਾਂਦੇ ਹਾਂ, ਤੇ ਉਹ ਖਤਮ ਤਾਂ ਹੋਣਾ ਹੀ ਹੁੰਦਾ। ਉਹ ਖਤਮ ਹੋਣ ਤੋਂ ਪਹਿਲਾਂ ਅਸੀਂ ਆਪਦਾ ਜਿਹੜਾ ਅਸਲ ਘਰ ਆ ਉੱਥੇ ਵਾਸਾ ਕਰਨਾ ਹੁੰਦਾ, ਉਹਦੇ ਵਿੱਚ ਜਾਨ ਉਨ ਬਣਾਉਣਾ ਹੁੰਦਾ। ਤੇ ਉਹ ਤਾਂਹੀਓ ਬਣੇਗਾ ਜੇ ਹੁਣ ਸਾਨੂੰ ਗਿਆਨ ਹੋਏਗਾ, ਗੁਰੂ ਦੀ ਮੱਤ ਲਵਾਂਗੇ, ਨਾਲ ਨਾਲ ਅਸੀਂ ਇਹ ਸਿਮਰਨ ਕਰਾਂਗੇ, ਸਤਿਗੁਰਾਂ ਦਾ ਬਚਨ ਮੰਨਾਂਗੇ ਵੀ ਹੁਣ ਸਮਾਂ ਬੀਤਦਾ ਜਾ ਰਿਹਾ, ਹੁਣ ਸਿਮਰਨ ਕਰ ਲਓ। ਆਓ ਹੁਣ ਜੋ ਆਪਾਂ ਨੂੰ ਬਚਨ ਕਹਿੰਦੇ ਆਪਾਂ ਬਚਨ ਮੰਨੀਏ। ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਇਹ ਆਪਾਂ ਸਿਮਰਨ ਕਰਨਾ, ਪਰਿਵਾਰਾਂ 'ਚ ਬਹਿੰਦੇ ਉੱਠਦੇ ਕੰਮ ਕਾਰ ਕਰਦੇ, ਇਹ ਆਪਾਂ ਦ੍ਰਿੜ ਕਰਨਾ ਹੁੰਦਾ ਤਾਂ ਕਿ ਸਾਡੇ ਮਨ ਦੇ ਵਿੱਚ ਵਸ ਜੀ। ਜਦੋਂ ਵਸਿਆ ਹੋਏਗਾ ਸਾਡੇ ਮੁਖ 'ਚੋਂ ਵਾਹਿਗੁਰੂ ਹੀ ਨਿਕਲੇਗਾ। ਜਿਵੇਂ ਆਪਾਂ ਦੇਖਦੇ ਹਾਂ ਵੀ ਆਪਣੇ ਮਨ ਦੇ ਵਿੱਚ ਜਿਹੜੀ ਚੀਜ਼ ਵਸੀ ਹੋਵੇ ਉਹ ਇੱਕਦਮ ਮੁਖ 'ਚੋਂ ਬਾਹਰ ਆਉਂਦੀ ਹੈ। ਜਿਵੇਂ ਜੀਵ ਤੁਰਿਆ ਜਾ ਰਹੀ ਹੈ, ਤੁਰੇ ਜਾਂਦੇ ਨੂੰ ਠੇਡਾ ਲੱਗੇ ਤੇ ਉਹਦੇ ਮੂੰਹ 'ਚੋਂ ਨਿਕਲਦਾ ਹਾਏ ਮਾਂ, ਕਿਉਂਕਿ ਉਹਦੇ ਮਨ 'ਚੋਂ ਚੀਜ਼ ਵਸੀ ਹੋਈ ਹੈ। ਤੇ ਜਦੋਂ ਅਸੀਂ ਹੁਣ ਇਹ ਸਿਮਰਨ ਕਰਾਂਗੇ ਤੇ ਸਾਨੂੰ ਮਾੜੀ ਜਿਹੀ ਕੋਈ ਤਕਲੀਫ ਹੋਏਗੀ ਸਾਡੇ ਮੁਖ 'ਚੋਂ ਉਹਦੇ ਨਿਕਲੇਗਾ ਵਾਹਿਗੁਰੂ। ਤੇ ਜਦੋਂ ਵਾਹਿਗੁਰੂ ਨਿਕਲੇਗਾ ਵਾਹਿਗੁਰੂ ਸਾਡੇ ਸਾਹਮਣੇ। ਜਦੋਂ ਅਸੀਂ ਉਹਨੂੰ ਯਾਦ ਕਰਾਂਗੇ, ਜਿਵੇਂ ਮਾਂ ਪਿਓ ਨੂੰ ਬੱਚਾ ਯਾਦ ਕਰਦਾ, ਆਵਾਜ਼ ਮਾਰਦਾ, ਜੇ ਉਹ ਕੋਲੇ ਆ ਤੇ ਉਹਦੀ ਆਵਾਜ਼ ਸੁਣ ਕੇ ਆ ਜਾਣਗੇ, ਜੇ ਉਹ ਕੋਲੇ ਨਹੀਂ ਤੇ ਫਿਰ ਕਿੱਥੋਂ ਆਉਣਗੇ।
ਹੁਣ ਸਾਡਾ ਜੋ ਵਾਹਿਗੁਰੂ ਮਾਤਾ ਪਿਤਾ ਅਸਲ ਉਹ ਸਾਡੇ ਹਰ ਸਮੇਂ ਕੋਲੇ ਰਹਿੰਦਾ, ਉਹ ਸਾਤੋਂ ਦੂਰ ਜਾਂਦਾ ਹੀ ਨਹੀਂ ਕਦੇ। ਜਦੋਂ ਹੀ ਆਪਾਂ ਨੂੰ ਆਵਾਜ਼ ਮਾਰਾਂਗੇ ਉਹ ਸਦਾ ਹੀ ਹਾਜ਼ਰ ਹੈ। ਤਾਂਹੀਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ ਹਾਜ਼ਰਾ ਹਜ਼ੂਰ ਹੈ, ਜ਼ਾਹਰ ਜ਼ਹੂਰ ਹੈ, ਸਦਾ ਹਾਜ਼ਰ ਸਦਾ ਅੰਗ ਸੰਗੇ। ਸਾਡੇ ਅੰਗ ਤੇ ਅੰਗਾਂ ਦੇ ਸੰਗ ਨਾਲ ਜਦੋਂ ਅਸੀਂ ਉਹਨੂੰ ਆਵਾਜ਼ ਦਿੰਦੇ ਹਾਂ ਉਦੋਂ ਹੀ ਹਾਜ਼ਰ ਹੈ, ਹਰ ਸਮੇਂ ਸਾਡੇ ਨਾਲ। ਸੋ ਇਸ ਵਾਸਤੇ ਫਿਰ ਆਪਾਂ ਹੁਣ ਇਹ ਵਾਹਿਗੁਰੂ ਨੂੰ ਮਨ 'ਚ ਵਸਾਉਣਾ, ਦ੍ਰਿੜ ਕਰਨਾ, ਵੱਧ ਤੋਂ ਵੱਧ ਅਭਿਆਸ ਕਰਨਾ, ਤੇ ਨਾਲ ਨਾਲ ਜੋ ਸਾਨੂੰ ਸਤਿਗੁਰੂ ਰਹਿਤਾਂ ਦੱਸਦੇ ਉਹ ਰਹਿਤਾਂ ਰੱਖਣੀ। ਕਿਸੇ ਦੀ ਨਿੰਦਿਆ ਆਪਾਂ ਨਾ ਕਰਨੀ ਤੇ ਨਾ ਹੀ ਸੁਣਨੀ, ਬਚਣਾ ਇਸ ਤੋਂ। ਤੇ ਕਿਸੇ ਨਾਲ ਮਨ 'ਚ ਆਪਾਂ ਦੁਖਦਾ ਨਹੀਂ ਰੱਖਣਾ, ਵੈਰ ਵਿਰੋਧ ਨਹੀਂ ਰੱਖਣਾ, ਹਉਮੈ ਤੋਂ ਮਨ ਨੂੰ ਰਹਿਤ ਰੱਖਣਾ, ਤੇ ਲੋਕ ਲੱਜਾ ਤੋਂ ਉੱਪਰ ਉੱਠ ਕੇ ਸਿਮਰਨ ਕਰਨਾ, ਮਾਲਕ ਦੀ ਵਿਚਾਰ ਕਰਨਾ। ਅਤੇ ਸੰਸਾਰ 'ਚ ਐਸੀ ਵਾਸਤੇ ਚੱਲਣਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਇਹ ਅਸੀਂ ਸਭ ਤੋਂ ਮਾੜੇ, ਸਾਤੋਂ ਸਾਰੇ ਚੰਗੇ ਜੀ। ਜਦੋਂ ਆਪਾਂ ਇਹ ਵਾਸਤੇ 'ਚ ਆ ਗਏ ਤੇ ਅਸੀਂ ਨਿੰਦਿਆ ਕਰਾਂਗੇ ਨਹੀਂ ਕਿਸੇ। ਨਿੰਦਾ ਤਾਂ ਜੀਵ ਉਦੋਂ ਕਰਦਾ ਜਦੋਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਵੀ ਮੈਂ ਚੰਗਾ ਦੂਜਾ ਮਾੜਾ। ਤੇ ਆਪਾਂ ਜਦੋਂ ਇਹ ਮੰਨ ਲਿਆ ਵੀ ਅਸੀਂ ਉਹ ਮਾੜੇ ਹਾਂ ਜੀ, ਬਾਕੀ ਤਾਂ ਸਾਤੋਂ ਸਾਰੇ ਚੰਗੇ, ਤੇ ਫਿਰ ਨਿੰਦਿਆ ਕਰਨ ਨੂੰ ਥਾਂ ਹੀ ਨਹੀਂ, ਗੁੰਜਾਇਸ਼ ਹੀ ਨਹੀਂ। ਨਿੰਦਿਆ ਤਾਂ ਫੇਰ ਹੀ ਕਰਾਂਗੇ ਜਦੋਂ ਅੰਦਰੋਂ ਇਹ ਮੰਨਿਆ ਹੋਇਆ ਵੀ ਅਸੀਂ ਚੰਗੇ ਹਾਂ ਦੂਜਾ ਮਾੜਾ, ਤਾਂ ਉਹਦੀ ਨਿੰਦਿਆ ਕਰਨੀ। ਤੇ ਜਿਹਨੇ ਇਹ ਮੰਨ ਲਿਆ ਵੀ ਮੇਰੇ ਤੋਂ ਤਾਂ ਮਾੜਾ ਹੋਰ ਕੋਈ ਹੈ ਹੀ ਨਹੀਂ, ਜਿੰਨਾ ਬੁਰਾ ਮੈਂ ਹਾਂ ਮੇਰੇ ਤੋਂ ਬਿਨਾਂ ਹੋਰ ਕੋਈ ਬੁਰਾ ਨਹੀਂ। ਇਸ ਲਈ ਮਹਾਰਾਜ ਕਹਿੰਦੇ ਜਿਹਨੇ ਆਪਦੇ ਆਪ ਨੂੰ ਐਸਾ ਅੰਦਰੋਂ ਮੰਨ ਲਿਆ ਉਹ ਸਾਡਾ ਅਸਲੀ ਮਿੱਤਰ ਹੈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ, ਜਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਈ। ਵੀ ਸਭ ਤੋਂ ਅਸੀਂ ਬੁਰੇ ਹਾਂ, ਸਭ ਤੋਂ ਸਾਰੇ ਭਲੇ, ਸਭ ਤੋਂ ਸਾਰੇ ਚੰਗੇ। ਜੇ ਕੋਈ ਬੁਰਾ ਹੈ ਤਾਂ ਬੁਰਾ ਮੈਂ ਹੀ। ਉਹ ਐਸੀ ਵਾਸਤੇ ਜਦੋਂ ਸਾਡਾ ਮਨ ਚੱਲੇਗਾ, ਨਾਲ ਹੀ ਰਹਿਤਾ ਰੱਖਾਂਗੇ, ਨਾਲ ਹੀ ਪਰਹੇਜ਼ ਰੱਖਾਂਗੇ, ਤੇ ਫਿਰ ਸਾਡੇ ਕੋਲ ਹੋਰ ਕੋਈ ਗੱਲ ਬਚਣੀ ਨਹੀਂ ਸੰਸਾਰ। ਇਹ ਤਾਂ ਵਾਹਿਗੁਰੂ ਹੀ ਰਹਿ ਜਾਂਦਾ ਮਾਲਕ ਹੀ। ਉਹਦੇ ਗੁਣ ਗਾਵਾਂਗੇ, ਉਹਦੀ ਵਿਚਾਰ ਕਰਾਂਗੇ। ਤਾਂਹੀਓ ਫਿਰ ਜਿਹੜੇ ਜੀਵ ਆਪਣੇ ਪਹਿਲਾਂ ਦੋਸਤ ਮਿੱਤਰ ਹੁੰਦੇ ਉਹ ਸਾਥ ਛੱਡ ਜਾਂਦੇ, ਫਿਰ ਅਸਲੀ ਮਿੱਤਰ ਮਿਲਦੇ ਸੱਜਣ, ਜਿਹੜੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ, ਜਿਹੜੇ ਇਸ ਮਾਰਗ 'ਤੇ ਚੱਲਣਾ ਚਾਹੁੰਦੇ, ਫਿਰ ਆਪਾਂ ਨੂੰ ਉਹ ਮਿਲਦੇ। ਜਿਹੜੇ ਮਾਇਆ ਦੇ ਸੰਗੀ ਹੁੰਦੇ ਉਹ ਸਾਥ ਛੱਡ ਜਾਂਦੇ, ਉਹ ਕਹਿੰਦੇ ਇਹਨਾਂ ਤੋਂ ਕੀ ਲੈਣਾ, ਇਹਨਾਂ ਕੋਲ ਤਾਂ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ। ਤੇ ਆਪਾਂ ਨੂੰ ਫਾਇਦਾ ਹੋ ਜਾਂਦਾ। ਆਪਾਂ ਫਿਰ ਉਹਨਾਂ ਸੰਗੀਆਂ ਤੋਂ, ਉਹਨਾਂ ਤੋਂ ਕਰਾਉਣਾ ਵੀ ਕੀ, ਜਿਨ੍ਹਾਂ ਨੇ ਸਾਡੇ ਮਨ ਤੇ ਮੈਲ ਹੀ ਲਾਉਣੀ, ਜਿਨ੍ਹਾਂ ਨੇ ਨਿੰਦਿਆ ਹੀ ਸੁਣਾਉਣੀ ਸਾਨੂੰ। ਸੋ ਬਾਕੀ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹਨਾ, ਪੜ੍ਹ ਕੇ ਵਿਚਾਰਨਾ, ਅਤੇ ਵੱਧ ਤੋਂ ਵੱਧ ਇਹ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ, ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਮਨਾਂ 'ਚ, ਸਾਡੇ ਹਿਰਦਿਆਂ 'ਚ ਵਸ ਜਾਏ। ਉਹ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ